ਅੱਜ ਅਸੀਂ ਇਸ ਲੇਖ ਹੇਠ ਆਓ ਅਸੀਂ ਪ੍ਰੀਖਿਆ ਵਿੱਚ ਦ੍ਰਿੜਤਾ ਨਾਲ ਖੜੇ ਰਹੀਏ ਅਤੇ ਸਵਰਗ ਦੇ ਰਾਜ ਨੂੰ ਪ੍ਰਾਪਤ ਕਰੀਏ। ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰਨ ਲਈ ਸਮਾਂ ਲੈਣ ਜਾ ਰਹੇ ਹਾਂ। ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਹੋਏ ਅਸੀਂ ਹਰ ਦਿਨ ਪ੍ਰੀਖਿਆ ਦਾ ਸਾਹਮਣਾ ਕਰ ਸਕਦੇ ਹਾਂ। ਕੁਝ ਲੋਕ ਪ੍ਰੀਖਿਆ ਨੂੰ ਕੁਝ ਨਹੀਂ ਮੰਨਦੇ ਅਤੇ ਉਹਨਾਂ ਉੱਤੇ ਜਿੱਤ ਪਾਉਂਦੇ ਹਨ, ਜਦਕਿ ਅਜਿਹੇ ਲੋਕ ਹਨ ਜੋ ਵੱਡੇ ਛੋਟੇ ਪਰਤਾਵਿਆਂ ਵਿੱਚ ਪੈ ਜਾਂਦੇ ਹਨ। ਪਰਤਾਵੇ ਇੱਕ ਅਜਿਹੀ ਪ੍ਰਕਿਰਿਆ ਹਨ ਜੋ ਸਾਡੇ ਵਿਸ਼ਵਾਸ ਦੇ ਜੀਵਨ ਨਾਲ ਉਸ ਵੇਲੇ ਤੱਕ ਹੁੰਦੇ ਹਨ ਜਦੋਂ ਤੱਕ ਅਸੀਂ ਸਵਰਗ ਦੇ ਰਾਜ ਵਿੱਚ ਨਹੀਂ ਪਹੁੰਚਦੇ। ਇਸ ਲਈ ਅੱਜ ਆਓ ਅਸੀਂ ਬਾਈਬਲ ਦੇ ਦੁਆਰਾ ਅਧਿਐਨ ਕਰੀਏ ਕਿ ਸਾਨੂੰ ਸਾਰਿਆਂ ਨੂੰ ਪ੍ਰੀਖਿਆ ਵਿੱਚ ਦ੍ਰਿੜ ਰਹਿਣਾ ਚਾਹੀਦਾ ਹੈ ਅਤੇ ਇਹ ਕਿ ਸਿਰਫ ਅਸੀਂ ਪ੍ਰੀਖਿਆ ਤੋਂ ਨਹੀਂ ਗੁਜ਼ਰ ਰਹੇ ਬਲਕਿ ਵਿਸ਼ਵਾਸ ਦੇ ਸਾਰੇ ਪੁਰਖੇ ਵੀ ਉਸ ਤੋਂ ਗੁਜ਼ਰੇ ਸੀ। ਇਸ ਦਾ ਅਧਿਐਨ ਕਰਕੇ ਆਓ ਅਸੀਂ ਸਵਰਗ ਦੇ ਰਾਜ ਲਈ ਕਦੀ ਵੀ ਹਾਰ ਨਾ ਮੰਨੀਏ। ਅੱਜ ਸਬਤ ਦਾ ਦਿਨ ਹੈ। ਇਹ ਇੱਕ ਖੁਸ਼ੀ ਦਾ ਦਿਨ ਹੈ ਨਾ? ਇਸ ਦਿਨ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੇ ਸਕਦੇ ਹਾਂ ਅਤੇ ਸਵਰਗ ਵਿੱਚ ਸਬਤ ਦੀ ਆਸ਼ੀਸ਼ ਨੂੰ ਇਕੱਠਾ ਕਰ ਸਕਦੇ ਹਾਂ। ਜਿਨ੍ਹਾਂ ਲਈ ਸਬਤ ਦੇ ਦਿਨ ਦੀ ਖੁਸ਼ੀ ਸਮਝਣੀ ਮੁਸ਼ਕਿਲ ਹੁੰਦੀ ਹੈ, ਉਹਨਾਂ ਲਈ ਮੈਂ ਇੱਕ ਉਦਾਹਰਨ ਦਿਆਂਗਾ। ਮੰਨ ਲਓ ਕਿ ਤੁਸੀਂ ਬੈਂਕ ਵਿੱਚ ਪੈਸਾ ਜਮ੍ਹਾਂ ਕਰਦੇ ਹੋ। ਤੁਸੀਂ ਹਰ ਹਫ਼ਤੇ ਆਪਣੇ ਖਾਤੇ ਵਿੱਚ ਇਸ ਉਮੀਦ ਨਾਲ ਕਿ ਮੈਂ ਹਰ ਸਬਤ ਦੇ ਦਿਨ ਵਿੱਚ 10 ਲੱਖ ਦੀ ਬਚਤ ਕਰਕੇ ਜਲਦੀ ਹੀ ਮੈਂ 1 ਅਰਬ ਰੁਪਏ ਦਾ ਮਾਲਕ ਬਣਾਂਗਾ। 10 ਲੱਖ ਰੁਪਏ ਜਮ੍ਹਾਂ ਕਰਦੇ ਹੋ। ਬੈਂਕ ਵਿੱਚ ਹਰ ਹਫ਼ਤੇ ਪੈਸੇ ਜਮ੍ਹਾਂ ਕਰਨ ਲਈ ਤੁਸੀਂ ਉਹਨਾਂ ਚੀਜ਼ਾਂ ਦਾ ਤਿਆਗ ਕਰਦੇ ਹੋ ਜਿਨ੍ਹਾਂ ਚੀਜ਼ਾਂ ਦੀ ਤੁਹਾਨੂੰ ਵਰਤੋਂ ਕਰਨ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਤੁਸੀਂ ਖਾਣਾ ਚਾਹੁੰਦੇ ਹੋ ਅਤੇ ਮਨੋਰੰਜਨ ਜਿਸ ਦਾ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਅਤੇ ਜਿਸ ਤਰ੍ਹਾਂ ਦਾ ਜੀਵਨ ਸੰਸਾਰ ਦੇ ਲੋਕ ਆਨੰਦ ਲੈਂਦੇ ਹਨ। ਹਰ ਵਾਰੀ ਜਦੋਂ ਤੁਸੀਂ ਜਮ੍ਹਾਂ ਕਰੋਗੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ? ਹਰ ਵਾਰ ਜਦੋਂ ਉਹ ਜਮ੍ਹਾਂ ਕਰਦਾ ਹੈ ਰਕਮ ਵੱਧ ਜਾਂਦੀ ਹੈ। ਕੁਝ ਹੀ ਸਮੇਂ ਪਹਿਲਾਂ ਮੇਰੇ ਕੋਲ 100 ਲੱਖ ਰੁਪਏ ਸੀ ਪਰ ਮੇਰੇ ਕੋਲ ਹੁਣ 500 ਲੱਖ ਰੁਪਏ ਹਨ। ਤੁਹਾਨੂੰ ਕਿਵੇਂ ਦਾ ਲੱਗੇਗਾ? ਜੇਕਰ ਤੁਸੀਂ ਇੱਕ ਆਮ ਲੋਕਾਂ ਦਾ ਜੀਵਨ ਜਿਉਂਦੇ ਹੋ ਤਾਂ ਜਦ ਵੀ ਤੁਸੀਂ ਆਪਣੇ ਖਾਤੇ ਵਿੱਚ ਰਕਮ ਦੇਖਦੇ ਹੋ ਬਹੁਤ ਖੁਸ਼ੀ ਮਹਿਸੂਸ ਕਰੋਗੇ। ਸਵਰਗ ਦੇ ਰਾਜ ਅਤੇ ਆਤਮਿਕ ਚੀਜ਼ਾਂ ਦੇ ਲਈ ਵੀ ਅਜਿਹਾ ਹੀ ਹੈ। ਤੁਹਾਨੂੰ ਸੋਚਣ ਦੀ ਲੋੜ ਹੈ ਕਿ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜਦ ਵੀ ਮੈਂ ਸਬਤ ਦਾ ਦਿਨ ਮਨਾਉਂਦਾ ਤਾਂ ਸਵਰਗੀ ਰਾਜ ਵਿੱਚ ਕਿੰਨੀ ਆਸ਼ੀਸ਼ ਇਕੱਠਾ ਕੀਤੀ ਜਾਵੇਗੀ। ਜਿਵੇਂ ਜ਼ਿਆਦਾ ਆਸ਼ੀਸ਼ ਇਕੱਠਾ ਹੁੰਦੀਆਂ ਹਨ ਤੁਸੀਂ ਬਹੁਤ ਖੁਸ਼ੀ ਮਹਿਸੂਸ ਕਰੋਗੇ। ਮੈਨੂੰ ਵਿਸ਼ਵਾਸ ਨਹੀਂ ਹੋ ਸਕਦਾ ਕਿ ਮੇਰੇ ਵਾਂਗ ਕੋਈ ਸਵਰਗ ਜਾ ਸਕਦਾ ਹੈ। ਸਾਨੂੰ ਇਸ ਤਰ੍ਹਾਂ ਦੀ ਖੁਸ਼ੀ ਨਾਲ ਸਬਤ ਦੇ ਦਿਨ ਦਾ ਪਾਲਨ ਕਰਨਾ ਚਾਹੀਦਾ ਹੈ। ਪਰ ਕੀ ਹੋਵੇਗਾ ਜੇਕਰ ਤੁਸੀਂ ਸੋਚਦੇ ਹੋ ਕਿ ਇਹ ਸਬਤ ਦਾ ਦਿਨ ਹੁਣ ਦੁਬਾਰਾ ਆ ਗਿਆ ਹੈ? ਜੇਕਰ ਤੁਸੀਂ ਸਬਤ ਦੇ ਦਿਨ ਦੀ ਖੁਸ਼ੀ ਨੂੰ ਮਹਿਸੂਸ ਕੀਤੇ ਬਿਨਾਂ ਉਸ ਨੂੰ ਮਨਾਉਂਦੇ ਹੋ ਤਾਂ ਫਿਰ ਇਹ ਸਬਤ ਦਾ ਦਿਨ ਆਸ਼ੀਸ਼ਿਤ ਨਹੀਂ ਬਣ ਸਕਦਾ ਹੈ ਨਾ? ਥੋੜੀ ਦੇਰ ਵਿੱਚ ਸਾਡੀ ਵਡਿਆਈ ਨਾਲ ਭਰੀ ਸ਼ਾਨਦਾਰ ਅਤੇ ਮਨਮੋਹਕ ਆਤਮਿਕ ਦੁਨੀਆ, ਸਵਰਗੀ ਦੁਨੀਆ ਜਿਸ ਨੂੰ ਕਿਸੇ ਅੱਖ ਨੇ ਨਹੀਂ ਵੇਖਿਆ, ਨਾ ਕਿਸੇ ਕੰਨ ਨੇ ਸੁਣਿਆ ਅਤੇ ਨਾ ਹੀ ਕਿਸੇ ਦੇ ਚਿੱਤ ਵਿੱਚ ਉਹ ਚੜੀ ਹੈ, ਖੋਲੀ ਜਾਵੇਗੀ। ਜਦੋਂ ਅਸੀਂ ਉਸ ਵਡਿਆਈ ਬਾਰੇ ਸੋਚਦੇ ਹਾਂ ਤਾਂ ਸਾਨੂੰ ਅੱਜ ਵੀ ਉਤਸ਼ਾਹਤ ਮਹਿਸੂਸ ਕਰਨਾ ਚਾਹੀਦਾ ਹੈ। ਇਸੇ ਕਰਕੇ ਅੱਜ ਅਸੀਂ ਸਤੁਤੀ ਗਾਉਂਦੇ ਅਤੇ ਪ੍ਰਚਾਰ ਕਰਦੇ ਹੋਏ ਆਨੰਦਿਤ ਮਹਿਸੂਸ ਕਰਦੇ ਹਾਂ। ਇੱਕ ਵਾਰ ਸਾਡਾ ਵਿਸ਼ਵਾਸ ਦਾ ਜੀਵਨ ਇੱਕ ਮਜਬੂਰੀ ਬਣ ਜਾਂਦਾ ਹੈ, ਫਿਰ ਇਹ ਹੁਣ ਹੋਰ ਜ਼ਿਆਦਾ ਵਿਸ਼ਵਾਸ ਦਾ ਜੀਵਨ ਨਹੀਂ ਰਹਿੰਦਾ। ਜਦੋਂ ਸਾਡਾ ਵਿਸ਼ਵਾਸ ਦਾ ਜੀਵਨ ਸਾਡੀ ਆਸ ਬਣ ਜਾਂਦਾ ਹੈ ਤਾਂ ਇਹ ਵਿਸ਼ਵਾਸ ਦਾ ਸੱਚਾ ਜੀਵਨ ਹੋ ਸਕਦਾ ਹੈ। ਜੇਕਰ ਕੋਈ ਮਜਬੂਰ ਹੋ ਕੇ ਇਸ ਨੂੰ ਕਰਦਾ ਹੈ ਤਾਂ ਉਹ ਜਲਦੀ ਹੀ ਵਿਸ਼ਵਾਸ ਤੋਂ ਬਾਹਰ ਹੋ ਜਾਵੇਗਾ। ਅਤੇ ਇਸ ਤਰ੍ਹਾਂ ਦੇ ਵਿਅਕਤੀ ਲਈ ਜੋ ਆਉਂਦੀ ਹੈ ਉਹ ਪ੍ਰੀਖਿਆ ਹੈ। ਸ਼ੈਤਾਨ ਲੋਕਾਂ ਦੀ ਆਤਮਾਵਾਂ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਇਸੇ ਕਰਕੇ ਉਹ ਬੁੱਕ ਦੇ ਸੀਂ ਵਾਂਗ ਭਾਲ ਵਿੱਚ ਰਹਿੰਦਾ ਹੈ ਅਤੇ ਇੱਕ ਅਜਿਹੀ ਸਥਿਤੀ ਬਣਦੀ ਹੈ ਜੋ ਉਸ ਵਿਅਕਤੀ ਦੀ ਆਤਮਾ ਨੂੰ ਵਿੰਨ੍ਹਦੀ ਹੈ। ਇਸ ਲਈ ਪਰਮੇਸ਼ਵਰ ਨੇ ਕਿਹਾ ਤੁਹਾਨੂੰ ਪ੍ਰੀਖਿਆ ਵਿੱਚ ਦ੍ਰਿੜ ਰਹਿਣਾ ਚਾਹੀਦਾ ਹੈ, ਤੁਹਾਨੂੰ ਪਰਤਾਵਿਆਂ ਤੇ ਜਿੱਤ ਪਾਉਣੀ ਚਾਹੀਦੀ ਹੈ। ਪਰਮੇਸ਼ਵਰ ਨੇ ਸਾਨੂੰ ਬਾਈਬਲ ਵਿੱਚ ਇਹ ਕਈ ਵਾਰ ਦੱਸਿਆ ਹੈ। ਪਰਤਾਵੇ ਜਾਂ ਪ੍ਰੀਖਿਆ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਉਹ ਸਭ ਚੀਜ਼ਾਂ ਜੋ ਮੁਕਤੀ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ, ਭਾਵੇਂ ਉਹ ਇੱਕ ਚੀਜ਼ ਹੋਵੇ ਜਾਂ ਇੱਕ ਵਿਅਕਤੀ ਜਾਂ ਫਿਰ ਹਾਲਾਤ ਜਾਂ ਫਿਰ ਸਮੱਗਰੀ ਹੋਵੇ। ਸਵਰਗ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੀ ਹਰ ਇੱਕ ਚੀਜ਼ ਪ੍ਰੀਖਿਆ ਹੈ। ਇਸ ਨੂੰ ਵਧੀਆ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਮੈਂ ਪ੍ਰੀਖਿਆ ਨੂੰ 3 ਵੱਖ-ਵੱਖ
ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਹੈ। ਆਮ ਤੌਰ ਤੇ ਦੁਨੀਆ ਵਿੱਚ ਇੱਕ ਪ੍ਰੀਖਿਆ ਦਾ ਮਤਲਬ ਇੱਕ ਕਾਰਵਾਈ ਹੈ ਜੋ ਕੁਦਰਤੀ ਜਾਂ ਕਿਸੇ ਵਿਅਕਤੀ ਜਾਂ ਚੀਜ਼ ਦੀ ਸਮਰੱਥਾ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈ। ਸਿੱਖਿਆ ਦੇ ਪਹਿਲੂ ਵਿੱਚ ਇੱਕ ਪ੍ਰੀਖਿਆ ਇਹ ਨਿਆਂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਹੈ ਕਿ ਜੋ ਕੁਝ ਸਿਖਾਇਆ ਗਿਆ ਹੈ ਉਸ ਨੂੰ ਕਿੰਨਾ ਸਮਝਿਆ ਗਿਆ ਹੈ ਅਤੇ ਇਹ ਫੈਸਲਾ ਕਰਨ ਲਈ ਕਿ ਕੌਣ ਵਧੀਆ ਕਰ ਰਿਹਾ ਹੈ ਅਤੇ ਕੌਣ ਨਹੀਂ ਕਰ ਰਿਹਾ। ਫਿਰ ਅਜਿਹੀਆਂ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਦੀ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਪ੍ਰੀਖਿਆ ਕੀਤੀ ਜਾਂਦੀ ਹੈ। ਇਹ ਕਿੰਨਾ ਵਫਾਦਾਰ ਹੈ, ਪਰਮੇਸ਼ਰ ਉੱਤੇ ਉਸ ਦਾ ਵਿਸ਼ਵਾਸ ਕਿੰਨਾ ਇਮਾਨਦਾਰ ਹੈ। ਇਹਨਾਂ ਮਾਮਲਿਆਂ ਦਾ ਫੈਸਲਾ ਕਰਨ ਲਈ ਜੋ ਦਿੱਤੀ ਜਾਂਦੀ ਹੈ ਉਹ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਇੱਕ ਪ੍ਰੀਖਿਆ ਹੈ। ਪ੍ਰੀਖਿਆਵਾਂ ਉਹ ਹਨ ਜੋ ਸੰਸਾਰਿਕ ਵਡਿਆਈ, ਸੰਸਾਰਿਕ ਪ੍ਰਸਿੱਧੀ, ਸੰਸਾਰਿਕ ਦੌਲਤ, ਸੰਸਾਰਿਕ ਸੁੱਖ ਅਤੇ ਇਸ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਪਿੱਛਾ ਕਰਕੇ ਸਾਨੂੰ ਸਵਰਗ ਨੂੰ ਗਵਾਉਣ ਲਈ ਅਤੇ ਪਰਮੇਸ਼ਵਰ ਨਾਲ ਧੋਖਾ ਕਰਨ ਦਿੰਦੀਆਂ ਹਨ। ਸਾਨੂੰ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਨਹੀਂ ਪੈਣਾ ਚਾਹੀਦਾ। ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਸ੍ਰਿਸ਼ਟੀ ਦੇ ਸਮੇਂ ਤੋਂ ਮਤਲਬ ਆਦਮ ਅਤੇ ਹਵਾ ਦੇ ਸਮੇਂ ਤੋਂ ਹੀ ਪ੍ਰੀਖਿਆਵਾਂ ਸੀ। ਆਦਮ ਅਤੇ ਹਵਾ ਦੀ ਪ੍ਰੀਖਿਆ ਲਈ ਗਈ ਸੀ ਅਤੇ ਉਸੇ ਤਰ੍ਹਾਂ ਅਬਰਾਹਮ ਦੀ ਅਤੇ ਉਸੇ ਤਰ੍ਹਾਂ ਅਯੂਬ ਦੀ ਅਤੇ ਯੀਸ਼ੂ ਦੀ ਵੀ ਪ੍ਰੀਖਿਆ ਲਈ ਗਈ ਸੀ। 40 ਸਾਲਾਂ ਤੱਕ ਜੰਗਲ ਵਿੱਚ ਰਹਿਣ ਦੇ ਦੌਰਾਨ ਹਰ ਦਿਨ ਇਜ਼ਰਾਈਲੀਆਂ ਨੇ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ। ਅੱਜ ਸਾਡੇ ਬਾਰੇ ਕੀ? ਇੱਕ ਪਰਛਾਵੇਂ ਦੀ ਦੁਨੀਆ ਵਿੱਚ ਰਹਿਣ ਵਾਲੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢਣ ਦੇ ਸਮੇਂ ਤੋਂ ਲੈ ਕੇ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਸਮੇਂ ਤੱਕ ਹਰ ਦਿਨ ਪ੍ਰੀਖਿਆਵਾਂ ਅਤੇ ਪਰਤਾਵਿਆਂ ਦਾ ਸਾਹਮਣਾ ਕਰਨਾ ਪਿਆ। ਜੇਕਰ ਇਹ ਇੱਕ ਪਰਛਾਵਾਂ ਹੈ ਤਾਂ ਕਿਉਂਕਿ ਅਸੀਂ ਅਸਲੀਅਤ ਦੀ ਦੁਨੀਆ ਵਿੱਚ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਾਂ, ਇਸ ਲਈ ਸਾਡੇ ਲਈ ਹਰ ਦਿਨ ਪ੍ਰੀਖਿਆ ਤੇ ਪਰਤਾਵਿਆਂ ਵਿੱਚ ਹੋਵੇਗਾ, ਹੈ ਨਾ? ਇਹਨਾਂ ਸਾਰੀਆਂ ਪ੍ਰੀਖਿਆਵਾਂ ਵਿੱਚ ਸਥਿਰ ਰਹਿਣ ਦਾ ਇੱਕੋ ਇੱਕ ਰਾਹ ਹੈ। ਉਹ ਕੀ ਹੈ? ਜੇਕਰ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਇਸ ਦਾ ਚੰਗੀ ਤਰ੍ਹਾਂ ਪਾਲਨ ਕਰੀਏ ਤਾਂ ਪ੍ਰੀਖਿਆ ਸਾਡੇ ਕੋਲ ਕਦੀ ਵੀ ਨਹੀਂ ਆ ਸਕਦੀ। ਇਹ ਉਸ ਵੇਲੇ ਹੈ ਜਦੋਂ ਸਾਡਾ ਵਿਸ਼ਵਾਸ ਸਭ ਤੋਂ ਸੁਰੱਖਿਅਤ ਹੁੰਦਾ ਹੈ। ਜਦੋਂ ਅਸੀਂ ਪਰਮੇਸ਼ਰ ਉੱਤੇ ਪੂਰੀ ਤਰ੍ਹਾਂ ਨਿਰਭਰ ਹੁੰਦੇ ਹਾਂ ਤਾਂ ਪ੍ਰੀਖਿਆ ਸਾਡੇ ਕੋਲ ਕਦੀ ਵੀ ਨਹੀਂ ਆ ਸਕਦੀ। ਭਾਵੇਂ ਪ੍ਰੀਖਿਆ ਆਵੇ ਪਰ ਉਹ ਲੰਬੇ ਸਮੇਂ ਤੱਕ ਨਹੀਂ ਰਹਿ ਸਕਦੀ। ਹਾਲਾਂਕਿ ਜਦੋਂ ਅਸੀਂ ਆਪਣਾ ਵਿਸ਼ਵਾਸ ਗਵਾ ਦਿੰਦੇ ਹਾਂ ਤਾਂ ਅਸੀਂ ਸਰੀਰਕ ਵਿਚਾਰ ਅਤੇ ਸੰਸਾਰਿਕ ਵਿਚਾਰਾਂ ਨਾਲ ਭਰ ਜਾਂਦੇ ਹਾਂ ਅਤੇ ਸਵਰਗ ਦੀ ਸਾਡੀ ਸਾਰੀ ਆਸ ਅਤੇ ਪਰਮੇਸ਼ਰ ਉੱਤੇ ਆਪਣੇ ਵਿਸ਼ਵਾਸ ਨੂੰ ਗਵਾ ਦਿੰਦੇ ਹਾਂ। ਫਿਰ ਅਸੀਂ ਪਰਮੇਸ਼ਰ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਆਪਣੀ ਪਿੱਠ ਦਿਖਾ ਕੇ ਸਵਰਗ ਨੂੰ ਛੱਡ ਦਿਆਂਗੇ ਅਤੇ ਖੁਸ਼ੀ ਨੂੰ ਗਵਾ ਦਿਆਂਗੇ ਜੋ ਅਸੀਂ ਪਰਮੇਸ਼ਰ ਵਿੱਚ ਹਰ ਦਿਨ ਪ੍ਰਾਪਤ ਕਰਦੇ ਸੀ। ਇਸ ਲਈ ਮੈਂ ਤੁਹਾਨੂੰ ਉਹ ਰਾਹ ਯਾਦ ਰੱਖਣ ਲਈ ਕਹਿਣਾ ਚਾਹੁੰਦਾ ਹਾਂ ਜੋ ਪਰਮੇਸ਼ਰ ਨੇ ਸਾਨੂੰ ਪ੍ਰੀਖਿਆ ਵਿੱਚ ਖੜੇ ਰਹਿਣ ਅਤੇ ਪਰਤਾਵਿਆਂ ਉੱਤੇ ਜਿੱਤ ਪਾਉਣ ਲਈ ਸਿਖਾਇਆ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 10 ਪੜ੍ਹੀਏ। ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਕਿਸ ਲਈ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਖਿਆ ਕਰਾਂਗਾ। ਪੂਰੀ ਦੁਨੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਰਤਾਇਆ ਜਾਵੇਗਾ। ਇਸ ਲਈ ਪਰਮੇਸ਼ਰ ਨੇ ਸਾਨੂੰ ਪਹਿਲਾਂ ਤੋਂ ਨਿਰਦੇਸ਼ ਦਿੱਤੇ ਤਾਂ ਜੋ ਅਸੀਂ ਪ੍ਰੀਖਿਆ ਤੇ ਪਰਤਾਵਿਆਂ ਨੂੰ ਦੂਰ ਕਰ ਸਕੀਏ, ਭਾਵੇਂ ਸਾਨੂੰ ਵਿਨਾਸ਼ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ। ਫਿਰ ਆਓ ਅਸੀਂ ਅਦਨ ਦੇ ਬਾਗ ਵਿੱਚ ਪਰਤਾਵੇ ਉੱਤੇ ਇੱਕ ਨਜ਼ਰ ਪਾ ਕੇ ਵੇਖੀਏ ਕਿ ਕਿੰਨੀ ਚਾਲਾਕੀ ਅਤੇ ਮਨਮੋਹਕ ਢੰਗ ਨਾਲ ਪਰਤਾਵੇ ਸਾਡੇ ਕੋਲ ਆਉਂਦੇ ਹਨ। ਪਰਤਾਵੇ ਇੰਨੀ ਮਨਮੋਹਕ ਢੰਗ ਨਾਲ ਆਉਂਦੇ ਹਨ ਕਿ ਉਹਨਾਂ ਤੋਂ ਦੂਰ ਹੋਣਾ ਬਹੁਤ ਮੁਸ਼ਕਿਲ ਹੈ। ਇਸ ਲਈ ਅਸੀਂ ਬੇਬਸ ਹੋ ਕੇ ਪਰਤਾਇਆਂ ਵਿੱਚ ਡਿੱਗ ਜਾਂਦੇ ਹਾਂ। ਆਓ ਅਸੀਂ ਉਤਪਤ ਅਧਿਆਇ 3 ਵਚਨ 1 ਉੱਤੇ ਜਾਈਏ। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਰ ਨੇ ਬਣਾਇਆ ਸੀ ਚਾਤਰ ਸੀ। ਸ਼ੈਤਾਨ ਚਾਲਾਕੀ ਨਾਲ ਪਰਤਾਵੇ ਦਿੰਦਾ ਹੈ ਅਤੇ ਉਸਨੇ ਉਸ ਤੀਵੀ ਨੂੰ ਆਖਿਆ, ਭਲਾ
ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੇ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਆਦਮ ਅਤੇ ਹਵਾ ਨੇ ਇਮਾਨਦਾਰੀ ਨਾਲ ਪਰਮੇਸ਼ਵਰ ਉੱਤੇ ਭਰੋਸਾ ਰੱਖਿਆ ਅਤੇ ਉਹ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹੋਏ ਹਰ ਦਿਨ ਖੁਸ਼ ਸੀ। ਪਰ ਇੱਕ ਦਿਨ ਸ਼ੈਤਾਨ ਗੁਪਤ ਰੂਪ ਵਿੱਚ ਹਵਾ ਕੋਲ ਆਇਆ। ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਵਿਰਛ ਤੋਂ ਤੁਸੀਂ ਨਾ ਖਾਓ। ਭਾਵੇਂ ਉਸ ਨੂੰ ਪਹਿਲਾਂ ਤੋਂ ਪਤਾ ਸੀ, ਪਰ ਉਸਨੇ ਪਰਤਾਵਾ ਦੇਣਾ ਸ਼ੁਰੂ ਕਰ ਦਿੱਤਾ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲਾਂ ਤੋਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਇਸ ਮੌਕੇ ਨੂੰ ਲੈਂਦੇ ਹੋਏ ਸ਼ੈਤਾਨ ਹਵਾ ਦੀ ਪ੍ਰੀਖਿਆ ਕਰਨ ਲੱਗਿਆ, ਜਿਸ ਦੇ ਬਾਰੇ ਹਵਾ ਨੇ ਕਦੀ ਸੋਚਿਆ ਵੀ ਨਹੀਂ ਸੀ। ਪਰਮੇਸ਼ਵਰ ਨੇ ਇਸ ਤਰ੍ਹਾਂ ਕਿਉਂ ਕਿਹਾ? ਤੈਨੂੰ ਕੀ ਲੱਗਦਾ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਇਸ ਵਿੱਚੋਂ ਨਾ ਖਾਣ ਲਈ ਕਿਉਂ ਕਿਹਾ? ਇਦਾਂ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਚਿੰਤਤ ਹਨ ਕਿ ਜਦੋਂ ਤੁਸੀਂ ਉਸ ਦਾ ਫਲ ਖਾਓਗੇ ਤਾਂ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਭਲੇ ਬੁਰੇ ਦੀ ਸਿਆਣਪ ਪਾ ਕੇ ਪਰਮੇਸ਼ਵਰ ਵਾਂਗ ਸਮਝਦਾਰ ਹੋ ਜਾਓਗੇ। ਪਰਮੇਸ਼ਵਰ ਨੇ ਤੁਹਾਨੂੰ ਉਸ ਵਿੱਚੋਂ ਨਾ ਖਾਣ ਲਈ ਕਿਹਾ ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਮਨੁੱਖ ਉਹਨਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੋਵੇ। ਤੁਸੀਂ ਇਸ ਨੂੰ ਖਾਣ ਨਾਲ ਨਹੀਂ ਮਰੋਗੇ, ਇਸ ਨੂੰ ਖਾ ਕੇ ਵੇਖੋ। ਹਵਾ ਪਰਮੇਸ਼ਵਰ ਨਾਲ ਬਿਤਾਏ ਖੁਸ਼ਹਾਲ ਪਲਾਂ ਨੂੰ ਭੁੱਲ ਕੇ ਸ਼ੈਤਾਨ ਦੇ ਸ਼ਬਦਾਂ ਦੁਆਰਾ ਹਿੱਲ ਗਈ। ਉਹ ਬਿਲਕੁਲ ਵੀ ਧਿਆਨ ਕੇਂਦਰਿਤ ਨਹੀਂ ਕਰ ਸਕਦੀ ਸੀ, ਪਰ ਸਿਰਫ ਉਸੇ ਦੇ ਬਾਰੇ ਸੋਚਦੀ ਰਹੀ। ਸਾਰੇ ਲੋਕੋ ਇਸ ਤਰ੍ਹਾਂ ਪ੍ਰੀਖਿਆ ਆਉਂਦੀ ਹੈ। ਜਦੋਂ ਉਸਨੇ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਭਲੇ ਅਤੇ ਬੁਰੇ ਦੀ ਸਿਆਣ ਦੇ ਰੁੱਖ ਨੂੰ ਵੇਖਿਆ, ਉਹ ਅਲੱਗ ਦਿਖਣ ਲੱਗ ਪਿਆ। ਉਹ ਹੁਣ ਇੱਕ ਅਜਿਹਾ ਫਲ ਨਹੀਂ ਸੀ ਜਿਸ ਨੂੰ ਨਹੀਂ ਖਾਣਾ ਚਾਹੀਦਾ। ਉਹ ਖਾਣ ਲਈ ਚੰਗਾ ਅਤੇ ਅੱਖੀਆਂ ਨੂੰ ਭਾਉਣ ਵਾਲਾ ਅਤੇ ਬੁੱਧ ਦੇਣ ਲਈ ਲੋੜੀਂਦਾ ਵੀ ਦਿਖਿਆ। ਇਸ ਤੋਂ ਪਹਿਲਾਂ ਉਹ ਉਸਦੇ ਕੋਲ ਜਾਣਾ ਵੀ ਨਹੀਂ ਚਾਹੁੰਦੀ ਸੀ, ਪਰ ਉਹ ਸੋਚਣ ਲੱਗੀ ਕਿ ਉਸਦੇ ਕੋਲ ਜਾਣਾ ਠੀਕ ਹੈ। ਸ਼ੈਤਾਨ ਨੇ ਉਸਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਸ ਤਰ੍ਹਾਂ ਮਨੁੱਖ ਜਾਤੀ ਦਾ ਪਹਿਲਾ ਪਾਪ ਸ਼ੁਰੂ ਹੋਇਆ। ਇਸ ਕਰਕੇ ਸਾਰੀ ਮਨੁੱਖ ਜਾਤੀ ਨੂੰ ਪਾਪ ਵਿਰਾਸਤ ਵਿੱਚ ਮਿਲਿਆ ਅਤੇ ਇਹ ਇੱਕ ਵੱਡੀ ਬਦਕਿਸਮਤੀ ਦਾ ਕਾਰਨ ਹੈ। ਸਾਰੇ ਲੋਕੋ, ਇਹ ਪ੍ਰੀਖਿਆ ਹੈ। ਜਦੋਂ ਸਾਨੂੰ ਪ੍ਰੀਖਿਆ ਦਿੱਤੀ ਜਾਂਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਇਹ ਸਾਨੂੰ ਕਿੰਨੀ ਖੁਸ਼ੀ ਦੇਵੇਗੀ ਅਤੇ ਜੇਕਰ ਅਸੀਂ ਪ੍ਰੀਖਿਆ ਕਰਨ ਵਾਲੇ ਦੀ ਗੱਲ ਮੰਨੀਏ ਇਹ ਬਹੁਤ ਚੰਗਾ ਹੋਵੇਗਾ। ਪਰਮੇਸ਼ਵਰ ਨੇ ਪੱਕੀ ਤਰ੍ਹਾਂ ਕਿਹਾ ਜਦੋਂ ਤੁਸੀਂ ਉਸ ਵਿੱਚੋਂ ਖਾਓਗੇ ਤਾਂ ਮਰ ਜਾਓਗੇ। ਹਾਲਾਂਕਿ ਪ੍ਰੀਖਿਆ ਨੇ ਹਵਾ ਨੂੰ ਪਰਮੇਸ਼ਵਰ ਦੇ ਵਚਨ ਨਾਲੋਂ ਹੋਰ ਗੱਲਾਂ ਨੂੰ ਸੁਣਨ ਦਿੱਤਾ ਅਤੇ ਉਸ ਨੂੰ ਅਜਿਹਾ ਲੱਗਿਆ ਕਿ ਉਹ ਉਸ ਨੂੰ ਹੋਰ ਜ਼ਿਆਦਾ ਖੁਸ਼ੀ ਦੇਣ ਵਾਲਾ ਹੈ। ਇਸ ਤਰ੍ਹਾਂ ਦੀ ਪ੍ਰੀਖਿਆ ਦਾ ਆਦਮ ਅਤੇ ਹਵਾ ਨੇ ਅਨੁਭਵ ਕੀਤਾ ਸੀ। ਉਹਨਾਂ ਨੇ ਅੰਤ ਵਿੱਚ ਭਲੇ ਅਤੇ ਬੁਰੇ ਦੀ ਸਿਆਣ ਦੇ ਰੁੱਖ ਵਿੱਚੋਂ ਖਾਧਾ। ਦੂਸਰੇ ਸ਼ਬਦਾਂ ਵਿੱਚ ਉਹ ਪ੍ਰੀਖਿਆ ਵਿੱਚ ਪੈ ਗਏ। ਜੇਕਰ ਤੁਸੀਂ ਇਸ ਦੀ ਤੁਲਨਾ ਸਕੂਲ ਵਿੱਚ ਹੋਣ ਵਾਲੀ ਪ੍ਰੀਖਿਆ ਨਾਲ ਕਰਦੇ ਹੋ, ਫਿਰ ਇਹ ਪ੍ਰੀਖਿਆ ਵਿੱਚ ਫੇਲ ਹੋਣ ਵਰਗਾ ਹੈ। ਜਿਵੇਂ ਹੀ ਆਦਮ ਅਤੇ ਹਵਾ ਭਲੇ ਬੁਰੇ ਦੀ ਸਿਆਣ ਦੇ ਰੁੱਖ ਦਾ ਫਲ ਖਾਣ ਤੋਂ ਮਤਲਬ ਪਰਮੇਸ਼ਵਰ ਦੇ ਵਿਰੁੱਧ ਖੜੇ ਹੋਣ ਦਾ ਕੰਮ ਕਰਨ ਦੀ ਪ੍ਰੀਖਿਆ ਵਿੱਚ ਪੈ ਗਏ, ਉਹ ਪਰਮੇਸ਼ਵਰ ਤੋਂ ਡਰਨ ਲੱਗ ਪਏ। ਉਹਨਾਂ ਨੂੰ ਲੱਗਿਆ ਕਿ ਉਹ ਪਰਮੇਸ਼ਵਰ ਤੋਂ ਦੂਰ ਹੋਏ ਹਨ। ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਬੁਲਾਇਆ, ਆਦਮ ਹਵਾ, ਉਹਨਾਂ ਨੇ ਲੁਕਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਪਰਮੇਸ਼ਵਰ ਦੇ ਬੁਲਾਉਣ ਤੇ ਇਹ ਕਹਿੰਦੇ ਹੋਏ ਕਿ ਮੈਂ ਇੱਥੇ ਹਾਂ, ਖੁਸ਼ੀ ਮਹਿਸੂਸ ਕਰਦੇ ਸੀ ਅਤੇ ਪਰਮੇਸ਼ਵਰ ਵੱਲ ਦੌੜਦੇ ਸੀ। ਪਰ ਹੁਣ ਉਹ ਪਰਮੇਸ਼ਵਰ ਤੋਂ ਡਰਦੇ ਹੋਏ ਉਹਨਾਂ ਨੂੰ ਨਹੀਂ ਵੇਖਣਾ ਚਾਹੁੰਦੇ ਸੀ। ਉਹ ਆਪਣੇ ਮਨ ਵਿੱਚ ਜਾਣਦੇ ਸੀ ਕਿ ਉਹਨਾਂ ਨੇ ਕੁਝ ਗਲਤ ਕੀਤਾ ਹੈ। ਸਾਰੇ ਲੋਕੋ, ਪ੍ਰੀਖਿਆ ਇਸ ਤਰ੍ਹਾਂ ਆਉਂਦੀ ਹੈ। ਉਹ ਆਤਮਾਵਾਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਸਾਡੇ ਸਵਰਗ ਦੇ ਰਾਜ ਵਿੱਚ ਪਹੁੰਚਣ ਵਿੱਚ ਅਸਫਲ ਹੋਣ ਦਾ ਕਾਰਨ ਬਣਦੀ ਹੈ। ਕਿ ਸ਼ੈਤਾਨ ਬਿਨਾਂ ਕਿਸੇ ਕਾਰਨ ਲਈ ਗਰਜੇਗਾ। ਸ਼ੈਤਾਨ ਕਿਉਂ ਗਰਜਦਾ ਹੈ? ਉਹ ਇੱਕ ਹੋਰ ਆਤਮਾ ਨੂੰ ਨਸ਼ਟ ਕਰਨ ਲਈ ਚਾਰੋਂ ਪਾਸੇ ਗਰਜਦਾ ਹੈ ਨਾ? ਉਹ ਕਿਸੇ ਨੂੰ ਫਾੜ ਕੇ ਖਾਣ ਲਈ ਗਰਜ ਰਿਹਾ ਹੈ। ਸ਼ੈਤਾਨ ਉਹਨਾਂ ਨੂੰ ਕਿਸ ਚੀਜ਼ ਤੋਂ ਫਾੜ ਖਾਂਦਾ ਹੈ? ਉਹ ਉਹਨਾਂ ਨੂੰ ਪ੍ਰੀਖਿਆ ਦੇ ਕੇ ਫਾੜ ਖਾਂਦਾ ਹੈ। ਪਰਮੇਸ਼ਵਰ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਅਸੀਂ ਪ੍ਰੀਖਿਆ ਵਿੱਚ ਨਾ ਪੈ ਜਾਈਏ। ਜਦੋਂ ਯੀਸ਼ੂ ਨੇ ਸਾਨੂੰ ਸਿਖਾਇਆ ਕਿ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ, ਤਾਂ ਪ੍ਰਾਰਥਨਾ ਵਿੱਚ ਕੀ ਸ਼ਾਮਿਲ ਸੀ? ਸੋ ਤੁਸੀਂ ਇਸ ਵਿਧੀ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ,
ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ, ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ। ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ। ਇੰਨੀਆਂ ਜ਼ਿਆਦਾ ਪ੍ਰਾਰਥਨਾ ਵਿੱਚੋਂ ਯੀਸ਼ੂ ਨੇ ਸਾਨੂੰ ਇਹ ਪ੍ਰਾਰਥਨਾ ਕਿਉਂ ਸਿਖਾਈ? ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਸਾਨੂੰ ਪਰਤਾਵੇ ਵਿੱਚ ਨਾ ਲਿਆ। ਹਰ ਵਾਰ ਜਦੋਂ ਅਸੀਂ ਜਾਗਦੇ ਹਾਂ ਤਾਂ ਪ੍ਰੀਖਿਆ ਹੁੰਦੀ ਹੈ, ਹਰ ਵਾਰ ਜਦੋਂ ਅਸੀਂ ਕੁਝ ਕਰਦੇ ਹਾਂ ਤਾਂ ਪ੍ਰੀਖਿਆ ਹੁੰਦੀ ਹੈ, ਅਤੇ ਹਰ ਵਾਰ ਲੋਕ ਇਕੱਠਾ ਹੁੰਦੇ ਹਨ ਤਾਂ ਪ੍ਰੀਖਿਆ ਹੁੰਦੀ ਹੈ। ਸ਼ੈਤਾਨ ਹਮੇਸ਼ਾ ਆਤਮਾਵਾਂ ਦੀ ਭਾਲ ਵਿੱਚ ਇੱਧਰ ਉੱਧਰ ਗਰਜਦਾ ਰਹਿੰਦਾ ਹੈ ਅਤੇ ਸਾਨੂੰ ਲੁਭਾਉਣ ਲਈ ਅਨੁਕੂਲ ਹਾਲਾਤ ਪੈਦਾ ਕਰਦਾ ਹੈ। ਸ਼ੈਤਾਨ ਸਾਨੂੰ ਰੱਬ ਨੂੰ ਧੋਖਾ ਦੇਣ ਲਈ ਭਰਮਾਉਂਦਾ ਹੈ ਅਤੇ ਸਾਨੂੰ ਸੱਚਾਈ ਤਿਆਗਣ ਲਈ ਉਕਸਾਉਂਦਾ ਹੈ ਅਤੇ ਸਾਨੂੰ ਸਵਰਗ ਛੱਡਣ ਲਈ ਭਰਮਾਉਂਦਾ ਹੈ। ਵਿਸ਼ਵਾਸ ਦੇ ਸਾਰੇ ਸੰਤ ਪ੍ਰੀਖਿਆ ਵਿੱਚ ਸਥਿਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਪ੍ਰੀਖਿਆ ਉਹਨਾਂ ਲੋਕਾਂ ਲਈ ਹੁਣ ਹੋਰ ਪ੍ਰੀਖਿਆ ਨਹੀਂ ਹੈ ਜੋ ਉਸ ਉੱਤੇ ਜਿੱਤ ਪਾਉਂਦੇ ਹਨ। ਅੱਜ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਨ ਵਿੱਚ, ਸਤੁਤੀ ਗੀਤ ਗਾਉਣ ਵਿੱਚ, ਸਿਯੋਨ ਦੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਣ ਵਿੱਚ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ, ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਹੈ, ਖੁਸ਼ੀ ਮਹਿਸੂਸ ਕਰਦੇ ਹਾਂ। ਜਦੋਂ ਤੁਸੀਂ ਇਹਨਾਂ ਸਾਰੇ ਕੰਮਾਂ ਨੂੰ ਕਰਨ ਵਿੱਚ ਖੁਸ਼ ਹੁੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇੱਕ ਚੰਗੀ ਸਥਿਤੀ ਵਿੱਚ ਹੋ। ਇੱਕ ਉਪਦੇਸ਼ ਸਿਰਫ ਇੱਕ ਉਪਦੇਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਦਾ ਸਮੇਂ ਹੈ। ਫਿਰ ਭਾਵੇਂ ਅਸੀਂ ਪਹਿਲਾਂ ਤੋਂ ਜਾਣਦੇ ਹਾਂ, ਪਰ ਉਸ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ। ਪਰ ਜਦੋਂ ਅਸੀਂ ਇਹ ਸੋਚਦੇ ਹੋਏ ਦੁੱਖ ਮਹਿਸੂਸ ਕਰਦੇ ਹਾਂ ਕਿ ਉਪਦੇਸ਼ ਇੰਨਾ ਲੰਬਾ ਕਿਉਂ ਹੈ, ਮੈਂ ਪਿਛਲੀ ਵਾਰ ਉਸ ਉਪਦੇਸ਼ ਨੂੰ ਪਹਿਲਾਂ ਵੀ ਸੁਣਿਆ ਸੀ, ਮੈਨੂੰ ਇੱਕ ਹੀ ਚੀਜ਼ ਨੂੰ 2 ਵਾਰ ਵੇਖਣਾ ਪਸੰਦ ਨਹੀਂ ਹੈ। ਜੇਕਰ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਸ਼ੈਤਾਨ ਦਾ ਇੱਕ ਨਿਸ਼ਾਨਾ ਹੋ ਸਕਦਾ ਹਾਂ ਜੋ ਬੁੱਕਦੇ ਸੀ ਵਾਂਗ ਭਾਲ ਵਿੱਚ ਰਹਿੰਦਾ ਹੈ। ਸਾਨੂੰ ਕਦੀ ਵੀ ਖੁਦ ਨੂੰ ਇਹਨਾਂ ਹਾਲਾਤਾਂ ਵਿੱਚ ਡਿੱਗਣ ਨਹੀਂ ਦੇਣਾ ਚਾਹੀਦਾ ਹੈ ਨਾ। ਬਾਈਬਲ ਦਰਜ ਕਰਦੀ ਹੈ ਕਿ ਆਦਮ ਅਤੇ ਹਵਾ ਨੇ ਪ੍ਰੀਖਿਆ ਵਿੱਚ ਪੈ ਕੇ ਅਸਲ ਪਾਪ ਕੀਤਾ। ਮਨੁੱਖ ਜਾਤੀ ਦਾ ਅਸਲ ਪਾਪ ਪ੍ਰੀਖਿਆ ਵਿੱਚ ਹਾਰਨ ਦਾ ਨਤੀਜਾ ਹੋਇਆ। ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਦ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਪ੍ਰੀਖਿਆ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਕਿੰਨੀ ਦੁਸ਼ਟ ਹੈ ਅਤੇ ਸਾਨੂੰ ਇਸ ਨੂੰ ਕਿਵੇਂ ਦ੍ਰਿੜਤਾ ਨਾਲ ਅਸਵੀਕਾਰ ਕਰਨਾ ਚਾਹੀਦਾ ਹੈ ਨਾ। ਪ੍ਰੀਖਿਆ ਸਾਨੂੰ ਸੰਸਾਰਿਕ ਵਡਿਆਈ, ਪ੍ਰਸਿੱਧੀ, ਧਨ, ਖੁਸ਼ੀ ਅਤੇ ਪਾਪ ਨਾਲ ਭਰਮਾ ਕੇ ਸਵਰਗ ਤਿਆਗਣ ਅਤੇ ਪਰਮੇਸ਼ਰ ਨੂੰ ਧੋਖਾ ਦੇਣ ਵਿੱਚ ਅਗਵਾਈ ਕਰਦੀ ਹੈ। ਇਸ ਲਈ ਜੇਕਰ ਤੁਸੀਂ ਸੋਚ ਰਹੇ ਹੋ ਮੇਰੀ ਆਤਮਾ ਉਸ ਸਥਿਤੀ ਵਿੱਚ ਵੱਧ ਤੋਂ ਵੱਧ ਡਿੱਗ ਰਹੀ ਹੈ, ਮੈਨੂੰ ਇਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਕਿ ਮੈਂ ਸਵਰਗ ਜਾ ਰਿਹਾ, ਤਾਂ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੈਂ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਸਕਦਾ ਹਾਂ ਜਿਨ੍ਹਾਂ ਨੂੰ ਸ਼ੈਤਾਨ ਇੱਕ ਬੁੱਕਦੇ ਸੀ ਵਾਂਗ ਫਾੜਨ ਲਈ ਭਾਲ ਰਿਹਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ। ਫਿਰ ਯੀਸ਼ੂ ਨੇ ਪ੍ਰੀਖਿਆ ਉੱਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਅਤੇ ਉਹ ਪ੍ਰੀਖਿਆ ਤੋਂ ਕਿਵੇਂ ਦੁਖੀ ਹੋਏ। ਆਓ ਅਸੀਂ ਇਸ ਉੱਤੇ ਇੱਕ ਨਜ਼ਰ ਪਾਈਏ। ਮਤੀ ਅਧਿਆਇ 4 ਵਿੱਚ ਹੈ। ਆਓ ਅਸੀਂ ਅਧਿਆਇ 4 ਵਚਨ 1 ਵੇਖੀਏ। ਤਦ ਯੀਸ਼ੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਾਈ ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਉਹਨਾਂ ਨੇ 40 ਦਿਨ ਅਤੇ 40 ਰਾਤ ਵਰਤ ਰੱਖਿਆ। ਜੇਕਰ ਅਸੀਂ ਸਿਰਫ 3 ਦਿਨ ਵਰਤ ਰੱਖਦੇ ਹਾਂ ਫਿਰ ਵੀ ਅਸੀਂ ਇੰਨਾ ਕਮਜ਼ੋਰ ਮਹਿਸੂਸ ਕਰਦੇ ਹਾਂ, ਪਰ ਉਹਨਾਂ ਨੇ 40 ਦਿਨ ਵਰਤ ਰੱਖਿਆ। ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਾ ਦਰਦ ਕਿੰਨਾ ਜ਼ਿਆਦਾ ਰਿਹਾ ਹੋਵੇਗਾ। ਵਚਨ 3, ਤਦ ਪਰਤਾਉਣ ਵਾਲੇ ਮਤਲਬ ਸ਼ੈਤਾਨ ਨੇ ਕੋਲ ਆਣ ਕੇ ਉਹਨਾਂ ਨੂੰ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਭਾਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਜਿਹੜਾ ਪਰਮੇਸ਼ਵਰ ਦੇ ਮੁਖੋਂ ਨਿਕਲਦਾ ਹੈ। ਫਿਰ ਉਹ ਕਹਿ ਰਿਹਾ ਸੀ, ਤੁਸੀਂ ਹੁਣ ਬਹੁਤ ਭੁੱਖੇ ਹੋ ਕਿ ਨਹੀਂ? ਫਿਰ ਤੁਸੀਂ ਇਹਨਾਂ ਪੱਥਰਾਂ ਨੂੰ ਰੋਟੀ ਬਣਾ ਕੇ ਕਿਉਂ ਨਹੀਂ ਖਾਂਦੇ? ਫਿਰ ਯੀਸ਼ੂ ਨੇ ਕੀ ਕਿਹਾ? ਯੀਸ਼ੂ ਨੇ ਸ਼ੈਤਾਨ ਨੂੰ ਇੱਕ ਸਬਕ ਦਿੱਤਾ। ਤੂੰ ਕਿਵੇਂ ਕਹਿ ਸਕਦਾ ਹੈ ਕਿ ਮਨੁੱਖ ਸਿਰਫ ਰੋਟੀ ਨਾਲ ਹੀ ਜਿਉਂਦਾ ਰਹਿ ਸਕਦਾ ਹੈ? ਪਰਮੇਸ਼ਵਰ ਦੇ ਮੂੰਹ ਤੋਂ ਆਉਣ ਵਾਲੇ ਹਰ ਵਚਨ ਉੱਤੇ
ਜੀਣਾ ਹੀ ਜਿਉਣ ਦਾ ਸਹੀ ਤਰੀਕਾ ਹੈ। ਨਾ ਸਿਰਫ ਉਹਨਾਂ ਨੇ ਪ੍ਰੀਖਿਆ ਉੱਤੇ ਜਿੱਤ ਪ੍ਰਾਪਤ ਕੀਤੀ, ਬਲਕਿ ਉਹਨਾਂ ਨੇ ਸ਼ੈਤਾਨ ਨੂੰ ਸਿਖਾਇਆ। ਇਸ ਲਈ ਸ਼ੈਤਾਨ ਨੂੰ ਪਤਾ ਨਹੀਂ ਚੱਲਿਆ ਕਿ ਕੀ ਕਰਨਾ ਹੈ। ਸ਼ੈਤਾਨ ਨੇ ਉਹਨਾਂ ਨੂੰ ਦੂਸਰੀ ਪ੍ਰੀਖਿਆ ਦਿੱਤੀ। ਆਓ ਅਸੀਂ ਵਚਨ 5 ਵੇਖੀਏ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਯੀਸ਼ੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਪਰਮੇਸ਼ਵਰ ਪ੍ਰੀਖਿਆ ਦੀ ਵਸਤੂ ਨਹੀਂ ਹਨ ਕਿ ਪਰਮੇਸ਼ਵਰ ਉਹ ਕਰ ਸਕਦੇ ਹਨ ਜਾਂ ਨਹੀਂ। ਪਰਮੇਸ਼ਵਰ ਉਹ ਨਹੀਂ ਹਨ ਜਿਨ੍ਹਾਂ ਦੀ ਸਾਨੂੰ ਇਸ ਤਰ੍ਹਾਂ ਪ੍ਰੀਖਿਆ ਕਰਨੀ ਚਾਹੀਦੀ ਹੈ, ਪਰ ਉਹਨਾਂ ਉੱਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਵਸਥਾ ਸਾਰ 6 ਵਿੱਚ ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਕਦੀ ਵੀ ਪਰਮੇਸ਼ਵਰ ਦੀ ਪ੍ਰੀਖਿਆ ਨਹੀਂ ਕਰਨੀ ਚਾਹੀਦੀ। ਪਰਮੇਸ਼ਵਰ ਦੀ ਪਰਖ ਕਰਨ ਵਾਲੇ ਸਾਰੇ ਲੋਕਾਂ ਦਾ ਮੰਦਭਾਗਾ ਨਤੀਜਾ ਨਿਕਲਿਆ। ਇਜ਼ਰਾਈਲੀਆਂ ਦੇ ਵਿਨਾਸ਼ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੇ ਪਰਮੇਸ਼ਵਰ ਦੀ ਪ੍ਰੀਖਿਆ ਕੀਤੀ। ਅਸੀਂ ਬਾਈਬਲ ਵਿੱਚ ਪਰਮੇਸ਼ਵਰ ਦੀ ਪ੍ਰੀਖਿਆ ਕਰਨ ਕਰਕੇ ਉਹਨਾਂ ਦੇ ਵਿਨਾਸ਼ ਦੇ ਕਈ ਰਿਕਾਰਡ ਦੇਖ ਸਕਦੇ ਹਾਂ। ਇੱਥੇ ਯੀਸ਼ੂ ਨੇ ਕਿਹਾ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਵਚਨ 8, ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦਿਆਂਗਾ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਯੀਸ਼ੂ ਨੂੰ ਉਹਨਾਂ ਦੀ ਆਤਮਾ ਵੇਚਣ ਲਈ ਕਹਿ ਰਿਹਾ ਸੀ। ਜਦੋਂ ਸ਼ੈਤਾਨ ਨੇ ਉਹਨਾਂ ਨੂੰ ਸਭ ਕੁਝ ਦੇਣ ਦਾ ਸੌਦਾ ਕਰਨ ਉਹਨਾਂ ਦੀ ਆਤਮਾ ਨੂੰ ਵੇਚਣ ਲਈ ਕਿਹਾ ਤਾਂ ਯੀਸ਼ੂ ਉਸ ਉੱਤੇ ਹੱਸੇ। ਯੀਸ਼ੂ ਨੇ ਇਸ ਤਰ੍ਹਾਂ ਕਿਉਂ ਕੀਤਾ? ਇਹਦਾ ਇਸ ਲਈ ਸੀ ਕਿਉਂਕਿ ਸ਼ੈਤਾਨ ਦਾ ਸੁਝਾਅ ਬਹੁਤ ਹੀ ਬੇਕਾਰ ਸੀ। ਬ੍ਰਹਮਾਂਡ ਵਿੱਚ ਇਸ ਧਰਤੀ ਦਾ ਆਕਾਰ ਅਤੇ ਕੀਮਤ ਪਰਮੇਸ਼ਵਰ ਕਿਸੇ ਹੋਰ ਨਾਲੋਂ ਵੱਧ ਜਾਣਦੇ ਹਨ। ਇਹ ਧਰਤੀ ਕਿੰਨੀ ਅਰਥਹੀਨ ਹੈ। ਇਹ ਬਾਲਟੀ ਵਿੱਚ ਪਾਣੀ ਦੀ ਇੱਕ ਬੂੰਦ ਵਰਗੀ ਹੈ। ਪਰ ਸ਼ੈਤਾਨ ਯੀਸ਼ੂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਜੇਕਰ ਉਹ ਉਸ ਨੂੰ ਮੱਥਾ ਟੇਕਣ ਤਾਂ ਉਹ ਉਹਨਾਂ ਨੂੰ ਕੁਝ ਮਹਾਨ ਚੀਜ਼ ਦੇਵੇਗਾ। ਕੀ ਹੋਵੇਗਾ ਜੇਕਰ ਮੈਂ ਤੁਹਾਡੇ ਤੋਂ ਕੁਝ ਮੁਸ਼ਕਿਲ ਚੀਜ਼ ਮੰਗਾ ਤੇ ਕਹਾਂ, ਜੇਕਰ ਤੁਸੀਂ ਇਸ ਨੂੰ ਕਰੋ ਤਾਂ ਮੈਂ ਤੁਹਾਨੂੰ ਇੱਕ ਕੈਂਡੀ ਦਿਆਂਗਾ। ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ, ਮੈਨੂੰ ਉਹ ਨਹੀਂ ਚਾਹੀਦੀ। ਉਹ ਇਸ ਤਰ੍ਹਾਂ ਦੀ ਗੱਲ ਸੀ। ਵਚਨ 10 ਵਿੱਚ ਯੀਸ਼ੂ ਨੇ ਕੀ ਕਿਹਾ? ਤਦੋਂ ਯੀਸ਼ੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ, ਚਲਿਆ ਜਾ। ਦੂਸਰੇ ਸ਼ਬਦਾਂ ਵਿੱਚ ਉਹ ਕੀ ਕਹਿ ਰਹੇ ਸੀ? ਬਕਵਾਸ ਬੰਦ ਕਰ, ਕਿਉਂ ਜੋ ਲਿਖਿਆ ਹੈ, ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ, ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਸਾਰੇ ਲੋਕੋ, ਜਦੋਂ ਅਸੀਂ ਵਿਸ਼ਵਾਸ ਦੇ ਜੰਗਲ ਵਿੱਚ ਚੱਲ ਰਹੇ ਹਾਂ ਤਾਂ ਅਜਿਹੀਆਂ ਕਈ ਪ੍ਰੀਖਿਆਵਾਂ ਹਰ ਦਿਨ ਆ ਸਕਦੀਆਂ ਹਨ। ਬਹੁਤ ਸਾਰੀਆਂ ਚੀਜ਼ਾਂ ਦੁਆਰਾ ਸ਼ੈਤਾਨ ਕੋਸ਼ਿਸ਼ ਕਰਦਾ ਹੈ ਕਿ ਅਸੀਂ ਸਵਰਗ ਲਈ ਹਾਰ ਮੰਨੀਏ ਅਤੇ ਮੁਕਤੀ ਨੂੰ ਤਿਆਗ ਦਈਏ। ਇਸ ਲਈ ਯੀਸ਼ੂ ਨੇ ਮੱਤੀ 23 ਵਿੱਚ ਕਿਹਾ, ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। ਇਸ ਧਰਤੀ ਉੱਤੇ ਉਹਨਾਂ ਵਰਗੇ ਬਹੁਤ ਸਾਰੇ ਲੋਕ ਹਨ। ਕਦੀ ਕਦੀ ਕੋਈ ਵਿਅਕਤੀ ਜਾਂ ਹਾਲਾਤ ਜਾਂ ਸਮੱਗਰੀ ਸਾਨੂੰ ਰੁਕਾਵਟ ਦੇਣ ਵਾਲੀ ਹੋ ਸਕਦੀ ਹੈ। ਹਜ਼ਾਰਾਂ ਚੀਜ਼ਾਂ ਹਨ ਜੋ ਸਾਨੂੰ ਸਵਰਗ ਜਾਣ ਦੇ ਰਾਹ ਤੋਂ ਰੋਕਦੀਆਂ ਹਨ। ਇਸ ਲਈ ਸਾਨੂੰ ਇਸ ਗੱਲ ਉੱਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿ ਜਦ ਵੀ ਯੀਸ਼ੂ ਦੀ ਪ੍ਰੀਖਿਆ ਕੀਤੀ ਗਈ ਤਦ ਉਹਨਾਂ ਨੇ ਕਿਸ ਤਰ੍ਹਾਂ ਉਸ ਉੱਤੇ ਜਿੱਤ ਪ੍ਰਾਪਤ ਕੀਤੀ। ਜੇਕਰ ਅਸੀਂ ਸਿਰਫ ਉਸ ਤਰੀਕੇ ਦਾ ਪਾਲਨ ਕਰੀਏ ਜੋ ਉਹਨਾਂ ਨੇ ਸਾਨੂੰ ਸਿਖਾਇਆ ਤਾਂ ਅਸੀਂ ਸਾਰੀ ਪ੍ਰੀਖਿਆਵਾਂ ਤੋਂ ਜਿੱਤ ਸਕਦੇ ਹਾਂ। ਜਦੋਂ ਸ਼ੈਤਾਨ ਨੇ ਯੀਸ਼ੂ ਦੀ ਪ੍ਰੀਖਿਆ ਕੀਤੀ ਤਾਂ ਯੀਸ਼ੂ ਨੇ ਉਸ ਨੂੰ ਜੋ ਪਹਿਲੀ ਸਿੱਖਿਆ ਦਿੱਤੀ ਉਹ ਇਹ ਸੀ ਕਿ ਸ਼ਾਰੀਰਿਕ ਭੋਜਨ ਖੁਦ ਹੀ ਉਹਨਾਂ ਜ਼ਰੂਰੀ ਨਹੀਂ ਹੈ, ਪਰ ਇਹ ਕਿ ਪਰਮੇਸ਼ਵਰ ਦੇ ਵਚਨ ਦਾ ਭੋਜਨ ਜ਼ਿਆਦਾ ਕੀਮਤੀ ਹੈ। ਦੂਸਰਾ, ਯੀਸ਼ੂ ਨੇ ਉਸ ਨੂੰ ਸਿਖਾਇਆ ਕਿ ਪਰਮੇਸ਼ਵਰ ਕਦੀ ਵੀ ਪ੍ਰੀਖਿਆ ਦੀ ਵਸਤੂ ਨਹੀਂ ਹੋਣੇ ਚਾਹੀਦੇ। ਤੀਸਰਾ, ਯੀਸ਼ੂ ਨੇ ਉਸ ਨੂੰ ਸਿਖਾਇਆ ਕਿ ਸਿਰਫ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ, ਕਿਸੇ ਹੋਰ ਦੀ ਉਪਾਸਨਾ ਨਹੀਂ ਕੀਤੀ ਜਾਣੀ ਚਾਹੀਦੀ। ਸ਼ੈਤਾਨ ਚਾਹੁੰਦਾ ਸੀ ਕਿ ਉਸ ਦੀ ਉਪਾਸਨਾ ਕੀਤੀ ਜਾਵੇ। ਸਾਡੇ ਲਈ ਵੀ ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਹੋਏ ਜੇਕਰ ਅਸੀਂ ਇਹ ਸੋਚ ਕੇ ਮੈਂਬਰਾਂ ਤੋਂ ਸੇਵਾ ਪਾਉਣਾ ਚਾਹੁੰਦੇ ਹਾਂ, ਖੈਰ ਮੈਂ ਇੱਕ ਪਾਦਰੀ ਹਾਂ, ਮੈਂ ਇੱਕ ਐਲਡਰ ਹਾਂ, ਮੈਂ ਇੱਕ ਸਿਰਲੇਖ ਧਾਰਕ ਹਾਂ, ਫਿਰ ਸਾਡੀਆਂ ਆਤਮਾਵਾਂ ਚੰਗੇ ਹਾਲਾਤਾਂ ਵਿੱਚ ਨਹੀਂ ਹਨ।
ਸਾਨੂੰ ਇੱਕ ਦੂਸਰੇ ਦਾ ਆਦਰ ਕਰਨ ਦੀ ਲੋੜ ਹੈ। ਜੇਕਰ ਤੁਸੀਂ ਸੋਚ ਰਹੇ ਹੋ ਮੈਂ ਕੁਝ ਪ੍ਰਾਪਤ ਕਰਨਾ ਚਾਹੁੰਦਾ, ਤਾਂ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਸੀਂ ਚੰਗੇ ਹਾਲਾਤਾਂ ਵਿੱਚ ਨਹੀਂ ਹੋ ਅਤੇ ਤੁਹਾਨੂੰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨ ਦੀ ਲੋੜ ਹੈ। ਸ਼ੈਤਾਨ ਨੇ ਯੀਸ਼ੂ ਨੂੰ ਉਸ ਦੀ ਉਪਾਸਨਾ ਕਰਨ ਲਈ ਕਿਹਾ। ਸਾਨੂੰ ਸਿਰਫ ਕਿਸ ਦੀ ਉਪਾਸਨਾ ਕਰਨੀ ਚਾਹੀਦੀ ਹੈ? ਸਿੱਖਿਆ, ਸਿਰਫ ਪਰਮੇਸ਼ਵਰ ਦੀ ਉਪਾਸਨਾ ਕਰਨਾ ਪਰਮੇਸ਼ਵਰ ਦੀ ਸਿੱਖਿਆ ਹੈ। ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਯੀਸ਼ੂ ਨੇ ਸ਼ੈਤਾਨ ਨੂੰ ਇਹ ਸਮਝਣ ਦਿੱਤਾ ਕਿ ਸਾਨੂੰ ਸਿਰਫ ਪਰਮੇਸ਼ਵਰ ਦੀ ਉਪਾਸਨਾ ਕਰਨੀ ਚਾਹੀਦੀ ਹੈ। ਇਹ ਲਿਖਿਆ ਹੈ ਤਾਂ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਸ਼ੈਤਾਨ ਦੇ ਸਾਰੇ ਪਰਤਾਵਿਆਂ ਉੱਤੇ ਜਿੱਤ ਪਾਉਣ ਤੋਂ ਬਾਅਦ ਯੀਸ਼ੂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਬਾਈਬਲ ਕਹਿੰਦੀ ਹੈ ਕਿ ਪਰੀਖਿਆ ਦਾ ਸਮਾਂ ਪੂਰੀ ਦੁਨੀਆ ਤੇ ਸਾਰੇ ਲੋਕਾਂ ਉੱਤੇ ਆਵੇਗਾ, ਇਸ ਲਈ ਇਹ ਸਾਰਿਆਂ ਉੱਤੇ ਆਵੇਗਾ। ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਯੀਸ਼ੂ ਨੇ ਕਿਸ ਤਰ੍ਹਾਂ ਪਰੀਖਿਆ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਨਮੂਨਿਆਂ ਦਾ ਪਾਲਣ ਕਰਨਾ ਚਾਹੀਦਾ ਹੈ। ਆਓ ਅਸੀਂ ਅਯੂਬ ਇੱਕ ਉੱਤੇ ਇੱਕ ਨਜ਼ਰ ਪਾਈਏ। ਅਯੂਬ ਮਹਾਨ ਵਿਸ਼ਵਾਸ ਦਾ ਵਿਅਕਤੀ ਸੀ। ਕੁਝ ਲੋਕ ਪੁੱਛ ਸਕਦੇ ਹਨ, ਉਸਦੇ ਕੋਲ ਵੱਡਾ ਵਿਸ਼ਵਾਸ ਸੀ, ਫਿਰ ਉਹ ਪਰੀਖਿਆ ਤੋਂ ਕਿਉਂ ਗੁਜ਼ਰਿਆ? ਜਦੋਂ ਅਯੂਬ ਦਾ ਵਿਸ਼ਵਾਸ ਚੰਗਾ ਸੀ, ਫਿਰ ਸ਼ੈਤਾਨ ਨੂੰ ਉਸਦੇ ਵਿਸ਼ਵਾਸ ਤੋਂ ਈਰਖਾ ਹੁੰਦੀ ਸੀ ਅਤੇ ਸ਼ੈਤਾਨ ਨੇ ਉਸਦੀ ਪਰੀਖਿਆ ਲਈ। ਆਓ ਅਸੀਂ ਅਯੂਬ ਅਧਿਆਇ 1 ਵਚਨ 1 ਪੜ੍ਹੀਏ। ਅਯੂਬ ਨਾਮੇ ਉਸ ਦੇਸ਼ ਦੇ ਵਿੱਚ ਇੱਕ ਮਨੁੱਖ ਸੀ ਅਤੇ ਉਹ ਇੱਕ ਪੂਰਾ ਅਤੇ ਖਰਾ ਮਨੁੱਖ ਸੀ ਜੋ ਪਰਮੇਸ਼ਵਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀ। ਅਤੇ ਉਹਦੇ 7 ਪੁੱਤਰ ਤੇ 3 ਧੀਆਂ ਜੰਮੇ। ਉਹਦਾ ਮਾਲ 7000 ਭੇਡਾਂ, 3000 ਊਂਟ, 525 ਬਲਦ ਅਤੇ 500 ਗਧੀਆਂ ਅਤੇ ਉਹਦੇ ਬਹੁਤ ਸਾਰੇ ਨੌਕਰ ਚਾਕਰ ਸਨ। ਇਹ ਉਹ ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ। ਉਹਦੇ ਪੁੱਤਰ ਜਾ ਕੇ ਆਪਣੇ ਆਪਣੇ ਦਿਨਾਂ ਤੇ ਆਪਣੇ ਘਰਾਂ ਵਿੱਚ ਦਾਊਦ ਕਰਦੇ ਹੁੰਦੇ ਸਨ। ਉਹ ਆਪਣੀਆਂ 3 ਭੈਣਾਂ ਨੂੰ ਖਾਣ ਪੀਣ ਲਈ ਆਪਣੇ ਕੋਲ ਸੱਦ ਘੱਲਦੇ ਸਨ। ਅਯੂਬ ਨੇ ਇੱਕ ਮਿਸਾਲੀ ਈਸਾਈ ਦੀ ਸਭ ਤੋਂ ਆਦਰਸ਼ ਜ਼ਿੰਦਗੀ ਗੁਜ਼ਾਰੀ। ਉਸਦੇ ਬੱਚਿਆਂ ਨੇ ਆਪਣੇ ਸੰਤਾਨ ਹੋਣ ਦੇ ਫਰਜ਼ ਨੂੰ ਪੂਰਾ ਕੀਤਾ। ਪਿਤਾ ਮਾਤਾ ਨੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਦਿੱਤਾ ਅਤੇ ਉਹ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਦੇ ਸੀ। ਵਚਨ 5, ਇਉਂ ਜਦ ਉਹਨਾਂ ਦੀ ਦਾਊਦ ਦੇ ਦਿਨ ਬੀਤ ਜਾਂਦੇ ਤਾਂ ਅਯੂਬ ਉਹਨਾਂ ਨੂੰ ਸੱਦ ਲੈਂਦਾ ਤੇ ਉਹਨਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਹਨਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜਾਉਂਦਾ ਸੀ। ਕਿਉਂ ਜੋ ਅਯੂਬ ਆਖਦਾ ਸੀ, ਭਾਈ ਕਿਤੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ਵਰ ਨੂੰ ਫਿਟਕਾਰਿਆ ਹੋਵੇ। ਅਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ। ਵਚਨ 6, ਇੱਕ ਦਿਨ ਇਉਂ ਹੋਇਆ ਕਿ ਪਰਮੇਸ਼ਵਰ ਦੇ ਪੁੱਤਰ ਆਏ ਭਾਈ ਯਹੋਵਾ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਸੈਰ ਕਰਕੇ ਆਇਆ ਹਾਂ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਤੈਂ ਮੇਰੇ ਦਾਸ ਅਯੂਬ ਵੱਲ ਆਪਣੇ ਮਨ ਵਿੱਚ ਗੋਹ ਕੀਤਾ, ਕਿਉਂਕਿ ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ। ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ਵਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਤਾਂ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਅਯੂਬ ਪਰਮੇਸ਼ਵਰ ਤੋਂ ਹਾੜੇ ਕੱਢੀ ਨਹੀਂ ਡਰਦਾ? ਕੋਈ ਤਾਂ ਕਾਰਨ ਹੋਵੇਗਾ। ਅਯੂਬ ਖੁਦ ਤੇ ਵਿਸ਼ਵਾਸ ਕਰਦਾ ਹੈ। ਪਰਮੇਸ਼ਵਰ, ਕਿਉਂਕਿ ਤੁਸੀਂ ਉਸ ਨੂੰ ਬਹੁਤ ਧਨ ਅਤੇ ਉਸਦੇ ਘਰ ਲਈ ਬਹੁਤ ਆਸ਼ੀਸ਼ਾਂ ਦਿੰਦੇ ਹੋ, ਜੇਕਰ ਤੁਸੀਂ ਉਸਦੇ ਪਰਿਵਾਰ ਨੂੰ ਕੁਝ ਕਸ਼ਟ ਦਿੰਦੇ ਹੋ ਤਾਂ ਉਹ ਤੁਹਾਨੂੰ ਤੁਰੰਤ ਧੋਖਾ ਦੇਵੇਗਾ। ਸ਼ੈਤਾਨ ਨੇ ਪਰਮੇਸ਼ਵਰ ਨੂੰ ਇਹ ਸੁਝਾਅ ਦਿੱਤਾ। ਵਚਨ 10, ਕਿ ਤੈਂ ਉਸਦੇ ਅਤੇ ਉਸਦੇ ਘਰ ਦੇ ਅਤੇ ਉਸਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ। ਤੈਂ ਉਸਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ, ਸੋ ਉਸਦਾ ਮਾਲ ਧਰਤੀ ਵਿੱਚ ਵੱਧ ਗਿਆ ਹੈ। ਜਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸਦਾ ਹੈ ਉਸ ਨੂੰ ਛੋ, ਉਹ ਤੇਰੇ ਮੂੰਹ ਤੇ ਫਿਟਕਾਰਾ ਪਾਊਗਾ। ਫਿਰ ਪਰਮੇਸ਼ਵਰ ਨੇ ਕਿਹਾ, ਮੇਰਾ ਦਾਸ ਅਯੂਬ ਅਜਿਹਾ ਨਹੀਂ ਕਰੇਗਾ। ਆਓ ਅਸੀਂ ਵਚਨ 12 ਵਿੱਚ ਜਾਰੀ ਰਹੀਏ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ, ਉਸਦਾ ਸਭ ਕੁਝ ਤੇਰੇ ਹੱਥ ਵਿੱਚ ਹੈ, ਕੇਵਲ ਉਸ ਨੂੰ ਹੱਥ ਨਾ ਲਾਵੀਂ। ਤਾਂ ਸ਼ੈਤਾਨ ਯਹੋਵਾ ਦੇ ਹਜ਼ੂਰੋਂ ਚਲਾ ਗਿਆ। ਪਰਮੇਸ਼ਵਰ ਨੇ ਕਿਹਾ, ਮੇਰਾ ਦਾਸ ਅਯੂਬ ਅਜਿਹਾ ਨਹੀਂ ਕਰੇਗਾ। ਜੇਕਰ ਤੂੰ ਉਸਦੇ ਵਿਸ਼ਵਾਸ ਨੂੰ ਨਹੀਂ ਮੰਨ ਸਕਦਾ ਤਾਂ ਤੂੰ ਉਸਦੇ ਨਾਲ ਜੋ ਚਾਹੇ ਕਰ ਸਕਦਾ ਹੈ, ਪਰ ਸਿਰਫ ਉਸਦੇ ਸਰੀਰ ਉੱਤੇ ਹੱਥ ਨਾ ਲਾਵੀਂ। ਵਚਨ 14, ਤਾਂ ਇੱਕ ਦੂਤ ਅਯੂਬ ਕੋਲ ਆਇਆ ਤੇ ਆਖਿਆ ਕਿ ਬਲਦ ਹਲੇ ਜੁੜੇ ਹੋਏ ਸਨ ਅਤੇ ਗਧੀਆਂ ਉਹਨਾਂ ਦੇ ਕੋਲ ਚੁਗ ਰਹੀਆਂ ਸਨ। ਸਭਾ ਦੇ ਲੋਕ ਉਹਨਾਂ ਦੇ ਉੱਤੇ ਆ ਪਏ ਅਤੇ ਉਹਨਾਂ ਨੂੰ ਖੋਹ ਕੇ ਲੈ ਗਏ ਅਰ ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਇਕੱਲਾ ਹੀ ਬਚਿਆ ਹਾਂ, ਭਾਈ ਤੈਨੂੰ ਦੱਸਾਂ। ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ ਕਿ ਪਰਮੇਸ਼ਵਰ ਦੀ ਅੱਗ ਆਕਾਸ਼ੋਂ ਉਤਰੀ, ਉਸਨੇ ਭੇਡਾਂ ਅਰ ਜਵਾਨਾਂ ਨੂੰ ਖਾ ਕੇ ਭਸਮ ਕਰ ਲਿਆ। ਮੈਂ ਹੀ ਇਕੱਲਾ ਬਚ ਨਿਕਲਿਆ ਹਾਂ।
ਕਿ ਤੈਨੂੰ ਦੱਸਾਂ। ਜਦੋਂ ਪ੍ਰੀਖਿਆ ਸ਼ੁਰੂ ਹੋਈ ਤਾਂ ਉਸ ਨੂੰ ਇੱਧਰ ਉੱਧਰ ਅਲੱਗ-ਅਲੱਗ ਨੁਕਸਾਨ ਹੋਏ। ਉਸ ਦੇ ਸੇਵਕ ਮਰ ਗਏ ਅਤੇ ਉਸਨੇ ਆਪਣੀ ਧਨ ਦੌਲਤ ਗਵਾ ਦਿੱਤੀ। ਇਹ ਮਾਮਲੇ ਇੱਕ ਤੋਂ ਬਾਅਦ ਇੱਕ ਅਯੂਬ ਦੇ ਕੋਲ ਰਿਪੋਰਟ ਕੀਤੇ ਗਏ। ਵਚਨ 17। ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ ਕਿ ਕਸਦੀ 3 ਟੋਲੀਆਂ ਬਣਾ ਕੇ ਆਏ ਅਤੇ ਊਠਾਂ ਉੱਤੇ ਆ ਪਏ ਅਤੇ ਉਹ ਉਹਨਾਂ ਨੂੰ ਖੋ ਕੇ ਲੈ ਗਏ। ਜਵਾਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਗਏ। ਮੈਂ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ। ਕੋਈ ਚੰਗੀ ਖਬਰ ਨਹੀਂ ਸੀ, ਸਿਰਫ ਬੁਰੀਆਂ ਖਬਰਾਂ ਉਸ ਦੇ ਕੋਲ ਆਉਂਦੀਆਂ ਸੀ। ਵਚਨ 18। ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ ਕਿ ਤੇਰੇ ਪੁੱਤਰ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਪੀਂਦੇ ਸਨ। ਤਾਂ ਵੇਖੋ ਜੀ, ਇੱਕ ਵੱਡੀ ਹਵਾ ਉਜਾੜ ਵੱਲੋਂ ਆਈ ਅਤੇ ਘਰ ਦੇ ਚੌਹਾਂ ਪਾਸੇ ਉੱਤੇ ਟੱਕਰ ਮਾਰੀ ਕਿ ਉਹਨਾਂ ਜਵਾਨਾਂ ਉੱਤੇ ਡਿੱਗ ਪਏ ਅਤੇ ਉਹ ਮਰ ਗਏ। ਮੈਂ ਹੀ ਇਕੱਲਾ ਬਚ ਗਿਆ ਹਾਂ ਕਿ ਤੈਨੂੰ ਦੱਸਾਂ। ਉਸ ਦੀਆਂ ਸੰਤਾਨਾਂ ਮਰ ਗਈਆਂ ਅਤੇ ਉਸ ਦੀ ਧਨ ਦੌਲਤ ਇੱਕ ਇੱਕ ਕਰਕੇ ਗਾਇਬ ਹੋ ਗਈਆਂ। ਵਚਨ 20। ਤਾਂ ਅਯੂਬ ਉੱਠਿਆ ਤੇ ਆਪਣੇ ਕੱਪੜੇ ਪਾੜ ਲਏ, ਆਪਣਾ ਸਿਰ ਮੁਨਾ ਲਿਆ ਤੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ਤੇ ਆਖਿਆ, ਮੈਂ ਆਪਣੀ ਮਾਤਾ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਉਧਰ ਮੁੜ ਰਿਹਾ। ਫਿਰ ਉਹ ਕਹਿ ਰਿਹਾ ਹੈ ਕਿ ਉਹ ਖਾਲੀ ਹੱਥ ਆਇਆ ਹੈ ਅਤੇ ਖਾਲੀ ਹੱਥ ਜਾਵੇਗਾ, ਹੈ ਨਾ। ਯਹੋਵਾ ਨੇ ਦਿੱਤਾ, ਯਹੋਵਾ ਨੇ ਹੀ ਲੈ ਲਿਆ। ਯਹੋਵਾ ਦਾ ਨਾਮ ਮੁਬਾਰਕ ਹੋਵੇ। ਇਸ ਸਾਰੇ ਵਿੱਚ ਨਾ ਤਾਂ ਅਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ਰ ਉੱਤੇ ਬੇਅਕਲੀ ਦਾ ਦੋਸ਼ ਲਾਇਆ। ਸਾਰੇ ਲੋਕੋ, ਜੇਕਰ ਤੁਹਾਡਾ ਪਰਿਵਾਰ ਅਚਾਨਕ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰੇ ਤਾਂ ਤੁਸੀਂ ਕੀ ਸੋਚੋਗੇ? ਮੈਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਹਾਂ, ਫਿਰ ਮੇਰੇ ਪਰਿਵਾਰ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਮੈਦਾਨ ਵਿੱਚ ਉਸ ਦੀਆਂ ਸਾਰੀਆਂ ਭੇਡਾਂ ਮਾਰ ਦਿੱਤੀਆਂ ਗਈਆਂ ਅਤੇ ਭੇਡਾਂ ਦੀ ਦੇਖਭਾਲ ਕਰ ਰਹੇ ਸਾਰੇ ਸੇਵਕ ਮਾਰੇ ਗਏ ਅਤੇ ਉਸ ਦੀਆਂ ਸਾਰੀਆਂ ਸੰਤਾਨਾਂ ਮਰ ਗਈਆਂ ਅਤੇ ਉਸਨੇ ਆਪਣੀ ਸਾਰੀ ਧਨ ਦੌਲਤ ਗਵਾ ਦਿੱਤੀ। ਫਿਰ ਵੀ ਅਯੂਬ ਨੇ ਕਿਹਾ, ਜਦੋਂ ਮੈਂ ਆਪਣੀ ਮਾਂ ਦੇ ਸਰੀਰ ਤੋਂ ਪੈਦਾ ਹੋਇਆ ਸੀ ਤਦ ਮੈਂ ਖਾਲੀ ਹੱਥ ਪੈਦਾ ਹੋਇਆ ਸੀ, ਇਸ ਲਈ ਕਿ ਇਹ ਕੁਦਰਤੀ ਨਹੀਂ ਹੈ ਕਿ ਮੈਂ ਖਾਲੀ ਹੱਥ ਚਲਾ ਜਾਵਾਂ। ਯਹੋਵਾ ਨੇ ਦਿੱਤਾ ਅਤੇ ਯਹੋਵਾ ਹੀ ਨੇ ਲੈ ਲਿਆ। ਯਹੋਵਾ ਦਾ ਨਾਮ ਧਨ ਹੈ। ਅਤੇ ਇਹ ਲਿਖਿਆ ਹੈ ਕਿ ਇਹਨਾਂ ਸਭ ਗੱਲਾਂ ਵਿੱਚ ਅਯੂਬ ਨੇ ਨਾ ਤਾਂ ਪਾਪ ਕੀਤਾ ਤੇ ਨਾ ਪਰਮੇਸ਼ਰ ਉੱਤੇ ਮੂਰਖਤਾ ਨਾਲ ਦੋਸ਼ ਲਗਾਇਆ। ਜਦ ਉਸ ਦੀ ਸੰਤਾਨਾਂ ਇਕੱਠੀਆਂ ਸੀ ਤਦ ਘਰ ਡਿੱਗਣ ਨਾਲ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਅਤੇ ਉਸਨੇ ਆਪਣੀ ਸਾਰੀ ਧਨ ਦੌਲਤ ਗਵਾ ਦਿੱਤੀ ਅਤੇ ਉਸਦੇ ਸਾਰੇ ਸੇਵਕ ਵੀ ਮਾਰੇ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਜਿਹਾ ਕਹਿ ਸਕਦੇ ਹੋ? ਜਦ ਵੀ ਮੈਂ ਅਯੂਬ ਦੀ ਕਿਤਾਬ ਪੜ੍ਹਦਾ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਹੈਰਾਨੀਜਨਕ ਹੈ ਕਿ ਉਹ ਇਸ ਸੰਸਾਰ ਦੇ ਵਿਅਕਤੀਆਂ ਵਰਗਾ ਨਹੀਂ ਲੱਗਦਾ। ਪਰਮੇਸ਼ਵਰ ਨੇ ਇਸ ਨੂੰ ਬਾਈਬਲ ਵਿੱਚ ਕਿਉਂ ਲਿਖਿਆ ਹੈ? ਰੋਮੀਓ 15 ਵਿੱਚ ਪਰਮੇਸ਼ਵਰ ਦੱਸਦੇ ਹਨ ਕਿ ਉਹਨਾਂ ਨੇ ਜੋ ਕੁਝ ਵੀ ਲਿਖਿਆ ਸੀ ਉਹ ਸਾਨੂੰ ਸਿਖਾਉਣ ਲਈ ਸੀ, ਹੈ ਨਾ। ਉਹਨਾਂ ਨੇ ਸਾਨੂੰ ਇਹ ਵਚਨ ਦਿੱਤੇ ਤਾਂ ਜੋ ਅਸੀਂ ਵੀ ਇਸ ਤਰ੍ਹਾਂ ਦਾ ਵਿਸ਼ਵਾਸ ਰੱਖ ਸਕੀਏ, ਹੈ ਨਾ। ਆਓ ਅਸੀਂ ਵਚਨ 2 ਦੇਖੀਏ। ਫਿਰ ਇਹ ਹੋਇਆ ਕਿ ਜਦ ਪਰਮੇਸ਼ਵਰ ਦੇ ਪੁੱਤਰ ਆਏ ਕਿ ਆਪਣੇ ਆਪ ਨੂੰ ਯਹੋਵਾ ਦੇ ਸਨਮੁਖ ਹਾਜ਼ਰ ਕਰਨ, ਤਾਂ ਸ਼ੈਤਾਨ ਵੀ ਉਹਨਾਂ ਦੇ ਵਿੱਚ ਆਇਆ। ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਪ੍ਰਿਥਵੀ ਵਿੱਚ ਘੁੰਮ ਫਿਰ ਕੇ ਅਤੇ ਉਹਦੇ ਵਿੱਚ ਸੈਰ ਕਰਕੇ ਆਇਆ ਹਾਂ। ਤਾਂ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਤੈਂ ਮੇਰੇ ਦਾਸ ਅਯੂਬ ਵੱਲ ਵੀ ਆਪਣੇ ਮਨ ਵਿੱਚ ਗੋ ਕੀਤਾ, ਕਿਉਂ ਜੋ ਪ੍ਰਿਥਵੀ ਵਿੱਚ ਉਹਦੇ ਜਿਹਾ ਕੋਈ ਨਹੀਂ। ਭਾਵੇਂ ਤੈਂ ਮੈਨੂੰ ਚੁੱਕਿਆ ਕਿ ਮੈਂ ਤਗਾਣੇ ਉਸ ਨੂੰ ਨਾਸ਼ ਕਰਾਂ, ਅੱਜ ਤੱਕ ਉਸਨੇ ਆਪਣੀ ਖਰਿਆਈ ਨੂੰ ਮਤਲਬ ਆਪਣੇ ਵਿਸ਼ਵਾਸ ਤਕੜਾ ਕਰਕੇ ਫੜਿਆ ਹੋਇਆ ਹੈ। ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ। ਸ਼ੈਤਾਨ ਨੇ ਕਿਹਾ ਕਿ ਉਸਨੇ ਪਰਮੇਸ਼ਰ ਨੂੰ ਵਡਿਆਈ ਦਿੱਤੀ ਅਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ, ਕਿਉਂਕਿ ਇਹ ਉਸ ਦੇ ਨਾਲ ਨਹੀਂ ਬਲਕਿ ਉਸ ਦੇ ਆਲੇ ਦੁਆਲੇ ਦੇ ਲੋਕਾਂ ਨਾਲ ਹੋਇਆ। ਉਸ ਦੀ ਸੰਤਾਨ ਮਰ ਗਈ ਅਤੇ ਉਸ ਦੀ ਧਨ ਦੌਲਤ ਗਵਾ ਦਿੱਤੀ ਹੈ। ਜੇਕਰ ਤੁਸੀਂ ਉਸ ਦੇ ਸਰੀਰ ਉੱਤੇ ਹਮਲਾ ਕਰੋ ਤਾਂ ਇਹ ਇੱਕ ਅਲੱਗ ਕਹਾਣੀ ਹੋਵੇਗੀ। ਸ਼ੈਤਾਨ ਨੇ ਦੂਸਰੀ ਵਾਰ ਪਰਮੇਸ਼ਵਰ ਤੇ ਦਾਅ ਲਗਾਇਆ। ਵਚਨ 6। ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ, ਉਹ ਤੇਰੇ ਹੱਥ ਵਿੱਚ ਹੈ, ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀ। ਪਰਮੇਸ਼ਵਰ ਨੇ ਕਿਹਾ, ਤੂੰ ਜੋ ਕਰਨਾ ਚਾਹੁੰਦਾ ਹੈ ਉਸ ਨਾਲ ਕਰ, ਬਸ ਉਸ ਦੇ ਜੀਵਨ ਨੂੰ ਨੁਕਸਾਨ ਨਾ ਪਹੁੰਚਾਏ। ਅਯੂਬ ਉਹ ਨਹੀਂ ਕਰੇਗਾ ਜੋ ਤੂੰ ਕਹਿ ਰਿਹਾ ਹੈ। ਪਰਮੇਸ਼ਵਰ ਨੇ ਉਸ ਤੇ ਦ੍ਰਿੜਤਾ ਨਾਲ ਭਰੋਸਾ ਕੀਤਾ। ਵਚਨ 7। ਤਾਂ ਸ਼ੈਤਾਨ ਯਹੋਵਾ ਦੇ ਅੱਗੋਂ ਚਲਿਆ ਗਿਆ ਤੇ ਅਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੀਆਂ ਫੋੜਿਆਂ ਨਾਲ ਮਾਰਿਆ। ਉਸਨੇ ਇੱਕ ਦਿਨ ਠਿਕਰਾ ਲਿਆ ਕਿ ਆਪਣੇ ਆਪ ਨੂੰ ਉਹਦੇ ਨਾਲ ਖੁਰਕਿਆ ਤੇ ਸੁਆਹ ਦੇ ਵਿੱਚ ਬੈਠ ਗਿਆ। ਉਸ ਦੀ ਤੀਵੀ ਨੇ ਉਸ ਨੂੰ ਆਖਿਆ ਕਿ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ ਹੈ, ਪਰਮੇਸ਼ਰ ਨੂੰ ਫਿਟਕਾਰ ਤੇ ਮਰ ਜਾ। ਉਸ ਦੀ ਤੀਵੀ ਨੇ ਕਿਹਾ ਕਿ ਤੂੰ ਅਜੇ ਵੀ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਦਾ ਹੈ, ਪਰਮੇਸ਼ਰ ਨੂੰ ਫਿਟਕਾਰ ਤੇ ਮਰ ਜਾ।
ਵਚਨ 10 ਪਰ ਉਸਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈ ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਔਰ ਬੁਰਾ ਨਾ ਲਈਏ। ਇਸ ਸਾਰੇ ਵਿੱਚ ਅਯੂਬ ਨੇ ਆਪਣੇ ਬੁੱਲਾਂ ਨਾਲ ਪਾਪ ਨਾ ਕੀਤਾ। ਸਾਰੇ ਲੋਕੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ, ਮੈਨੂੰ ਹੁਣ ਤੱਕ ਪਰਮੇਸ਼ਰ ਕੋਲੋਂ ਬਹੁਤ ਸਾਰੀਆਂ ਆਸ਼ੀਸ਼ਾਂ ਪ੍ਰਾਪਤ ਹੋਈਆਂ, ਫਿਰ ਅਸੀਂ ਥੋੜੇ ਕਲੇਸ਼ ਲੈਣ ਕਰਕੇ ਉਹਨਾਂ ਨੂੰ ਫਟਕਾਰਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ? ਸਾਰੇ ਲੋਕੋ, ਜਦ ਵੀ ਤੁਹਾਡੀ ਪ੍ਰੀਖਿਆ ਕੀਤੀ ਜਾਂਦੀ ਹੈ, ਅਯੂਬ ਦੀ ਕਿਤਾਬ ਪੜ੍ਹੋ। ਉਹ ਸੱਚਮੁੱਚ ਹੈਰਾਨੀਜਨਕ ਸੀ। ਉਹ ਉਸ ਸਥਿਤੀ ਵਿੱਚ ਸੀ ਜਿੱਥੇ ਉਸ ਦਾ ਸਰੀਰ ਪੈਰ ਦੇ ਤਲੇ ਤੋਂ ਲੈ ਕੇ ਸਿਰ ਦੇ ਸਿਖਰ ਤੱਕ ਬਹੁਤ ਵੱਡੇ ਫੋੜਿਆਂ ਨਾਲ ਦੁਖੀ ਸੀ ਅਤੇ ਉਸ ਨੂੰ ਆਪਣੇ ਆਪ ਨੂੰ ਖੁਰਕਣ ਲਈ ਇੱਕ ਠਿਕਰਾ ਲੈਣਾ ਪਿਆ। ਹਾਲਾਂਕਿ ਉਸਨੇ ਫਿਰ ਵੀ ਕਿਹਾ, ਪਰਮੇਸ਼ਵਰ ਨੇ ਸਾਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਦਿੱਤੀਆਂ ਹਨ, ਫਿਰ ਪੱਕਾ ਹੀ ਅਸੀਂ ਕੁਝ ਕਲੇਸ਼ ਵੀ ਪ੍ਰਾਪਤ ਕਰ ਸਕਦੇ ਹਾਂ। ਆਓ ਅਸੀਂ ਵਚਨ 10 ਦੁਬਾਰਾ ਦੇਖੀਏ। ਪਰ ਉਸਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈ ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਔਰ ਬੁਰਾ ਨਾ ਲਈਏ। ਕਿ ਸਾਨੂੰ ਪਰਮੇਸ਼ਰ ਕੋਲੋਂ ਸਿਰਫ ਚੰਗੀਆਂ ਗੱਲਾਂ ਹੀ ਸਵੀਕਾਰ ਕਰਨੀਆਂ ਚਾਹੀਦੀਆਂ, ਅਸੀਂ ਕਲੇਸ਼ ਵੀ ਪ੍ਰਾਪਤ ਕਰ ਸਕਦੇ ਹਾਂ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਨਰਕ ਵਿੱਚ ਜਾ ਰਿਹਾ ਜਾਂ ਨਹੀਂ। ਇਹਨਾਂ ਸਭ ਗੱਲਾਂ ਵਿੱਚ ਵੀ ਅਯੂਬ ਨੇ ਆਪਣੇ ਮੂੰਹ ਤੋਂ ਕੋਈ ਪਾਪ ਨਹੀਂ ਕੀਤਾ। ਇਹ ਅਯੂਬ ਦੇ ਹਾਲਾਤ ਸੀ। ਅੰਤ ਵਿੱਚ ਉਸਨੇ ਸਾਰੀਆਂ ਪ੍ਰੀਖਿਆਵਾਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਅਯੂਬ ਦੀ ਕਿਤਾਬ ਦੇ ਅੰਤਮ ਪੇਜ ਉੱਤੇ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਪਰਮੇਸ਼ਵਰ ਨੇ ਉਸ ਨੂੰ ਉਸ ਦੇ ਬਾਅਦ ਦੇ ਜੀਵਨ ਵਿੱਚ ਹੋਰ ਵੀ ਸੋਹਣੇ ਬੱਚੇ ਦਿੱਤੇ ਅਤੇ ਪਰਮੇਸ਼ਵਰ ਨੇ ਉਸ ਨੂੰ ਪਹਿਲਾਂ ਦੀ ਤੁਲਨਾ ਵਿੱਚ 2 ਗੁਣਾ ਦਿੱਤਾ ਸੀ। ਜੇਕਰ ਅਸੀਂ ਇਹਨਾਂ ਹਾਲਾਤਾਂ ਵਿੱਚ ਹੁੰਦੇ ਤਾਂ ਕਿ ਅਸੀਂ ਅਯੂਬ ਵਾਂਗ ਖੁਦ ਨੂੰ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕਰ ਸਕਦੇ ਹਾਂ, ਜਿਸ ਤਰ੍ਹਾਂ ਅਯੂਬ ਨੇ ਕੀਤਾ ਸੀ। ਇਸ ਕਰਕੇ ਪਰਮੇਸ਼ਵਰ ਨੇ ਅਯੂਬ ਉੱਤੇ ਇੰਨਾ ਭਰੋਸਾ ਕੀਤਾ ਅਤੇ ਅਯੂਬ ਦੇ ਵਿਸ਼ਵਾਸ ਦੇ ਜੀਵਨ ਤੋਂ ਖੁਸ਼ ਸੀ। ਸਾਨੂੰ ਇਹਨਾਂ ਸਾਰੀਆਂ ਪ੍ਰੀਖਿਆਵਾਂ ਵਿੱਚ ਸਥਿਰ ਰਹਿਣ ਅਤੇ ਸਵਰਗ ਦੇ ਰਾਜ ਵਿੱਚ ਜਾਣ ਲਈ ਵਿਸ਼ਵਾਸ ਰੱਖਣਾ ਚਾਹੀਦਾ ਹੈ, ਭਾਵੇਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਦਰਦ, ਦੁੱਖ, ਤਕਲੀਫ ਅਤੇ ਮੁਸ਼ਕਿਲ ਕਿਉਂ ਨਾ ਹੋਈ ਹੋਵੇ। ਅਯੂਬ ਦਾ ਜੀਵਨ ਬਹੁਤ ਹੀ ਖੁਸ਼ਹਾਲ ਸੀ। ਫਿਰ ਸ਼ੈਤਾਨ ਨੇ ਕੀ ਕੀਤਾ? ਉਹ ਅਯੂਬ ਦੀ ਹੋਰ ਜ਼ਿਆਦਾ ਪ੍ਰੀਖਿਆ ਨਹੀਂ ਲੈ ਸਕਿਆ। ਉਸਨੇ ਅਯੂਬ ਅਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਨੂੰ ਭਾਵੇਂ ਜਿੰਨਾ ਮਰਜ਼ੀ ਦੁੱਖ ਦਿੱਤਾ ਹੋਵੇ ਅਤੇ ਉਸਦੇ ਆਲੇ ਦੁਆਲੇ ਮੁਸ਼ਕਿਲ ਹਾਲਾਤ ਬਣਾਏ ਹੋਣ, ਪਰ ਅਯੂਬ ਨੇ ਹਮੇਸ਼ਾ ਆਪਣੇ ਬੁੱਲਾਂ ਨਾਲ ਪਰਮੇਸ਼ਵਰ ਦੀ ਸਤੁਤੀ ਕੀਤੀ ਅਤੇ ਪਰਮੇਸ਼ਵਰ ਨੂੰ ਸਿਰਫ ਵਡਿਆਈ ਦਿੱਤੀ। ਉਸਨੇ ਕਿਹਾ, ਪਰਮੇਸ਼ਵਰ ਨੇ ਮੈਨੂੰ ਬਹੁਤ ਆਸ਼ੀਸ਼ਾਂ ਦਿੱਤੀਆਂ, ਫਿਰ ਮੈਂ ਕੁਝ ਕਲੇਸ਼ ਵੀ ਪ੍ਰਾਪਤ ਕਰ ਸਕਦਾ ਹਾਂ। ਮੈਂ ਪਰਮੇਸ਼ਵਰ ਤੋਂ ਸਿਰਫ ਚੰਗੀਆਂ ਚੀਜ਼ਾਂ ਕਿਵੇਂ ਸਵੀਕਾਰ ਕਰ ਸਕਦਾ ਅਤੇ ਕਲੇਸ਼ ਨੂੰ ਲੈਣ ਤੋਂ ਇਨਕਾਰ ਕਰ ਸਕਦਾ? ਜਦੋਂ ਪਰਮੇਸ਼ਵਰ ਮੈਨੂੰ ਚੰਗੀਆਂ ਚੀਜ਼ਾਂ ਦੇਣਗੇ ਤਾਂ ਮੈਂ ਇਸ ਨੂੰ ਸਵੀਕਾਰ ਕਰਾਂਗਾ ਅਤੇ ਜਦੋਂ ਪਰਮੇਸ਼ਵਰ ਮੈਨੂੰ ਕਲੇਸ਼ ਦੇਣਗੇ ਤਾਂ ਮੈਂ ਉਸ ਨੂੰ ਵੀ ਸਵੀਕਾਰ ਕਰਾਂਗਾ। ਮੈਂ ਪਰਮੇਸ਼ਵਰ ਵੱਲੋਂ ਜੋ ਕੁਝ ਵੀ ਆਉਂਦਾ ਹੈ ਉਸ ਦੇ ਲਈ ਧੰਨਵਾਦੀ ਹਾਂ। ਕਿ ਅਸੀਂ ਅਜਿਹਾ ਕਹਿ ਸਕਦੇ ਹਾਂ? ਜਦੋਂ ਪਰਮੇਸ਼ਵਰ ਸਾਨੂੰ ਕੁਝ ਚੰਗਾ ਦਿੰਦੇ ਹਨ ਤਾਂ ਅਸੀਂ ਕਹਿੰਦੇ ਹਾਂ, ਵਾਹ ਪਰਮੇਸ਼ਵਰ ਨੂੰ ਧੰਨਵਾਦ। ਫਿਰ ਕੁਝ ਦਿਨਾਂ ਬਾਅਦ ਅਸੀਂ ਧੰਨਵਾਦ ਦੇਣਾ ਭੁੱਲ ਜਾਂਦੇ ਹਾਂ ਅਤੇ ਜਦੋਂ ਥੋੜਾ ਜਿਹਾ ਅਨਿਆਂ ਹੁੰਦਾ ਹੈ ਅਸੀਂ ਸ਼ਿਕਾਇਤ ਕਰਦੇ ਹਾਂ। ਮਨੁੱਖ ਦਾ ਦਿਲ ਇਸ ਤਰ੍ਹਾਂ ਦਾ ਹੈ। ਹਾਲਾਂਕਿ ਯੀਸ਼ੂ ਅਤੇ ਅਯੂਬ ਦੀ ਸਿੱਖਿਆਵਾਂ ਦੇ ਦੁਆਰਾ ਸਾਨੂੰ ਇੱਕ ਵਾਰ ਦੁਬਾਰਾ ਸੋਚਣ ਦਾ ਸਮਾਂ ਲੈਣਾ ਚਾਹੀਦਾ ਹੈ ਕਿ ਸਹੀ ਤਰ੍ਹਾਂ ਦਾ ਵਿਸ਼ਵਾਸ ਰੱਖਣ ਲਈ ਪ੍ਰੀਖਿਆ ਦੇ ਸਮੇਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਆਓ ਅਸੀਂ ਵਿਵਸਥਾ ਸਾਰ 8 ਵੇਖੀਏ। ਆਓ ਅਸੀਂ ਅਧਿਆਇ 8 ਵਚਨ 1 ਪੜ੍ਹੀਏ। ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਉਸ ਨੂੰ ਪੂਰਾ ਕਰਨ ਦੀ ਪਾਲਨ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹਦੀ ਸਹੁੰ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ। ਤੁਸੀਂ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰ੍ਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਕੀ ਕਰੇ? ਪਰਖੇ ਅਤੇ ਜਾਣੇ। ਪਰਮੇਸ਼ਵਰ ਨੇ ਲੋਕਾਂ ਨੂੰ ਜਾਂਚਣ ਲਈ ਜੋ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਲਈ ਯੋਗ ਹਨ, ਉਹਨਾਂ ਨੂੰ 40 ਸਾਲਾਂ ਲਈ 300 ਕਿਲੋਮੀਟਰ ਲੰਬੇ ਰਾਹ ਉੱਤੇ ਚਲਾਇਆ। ਪਰਮੇਸ਼ਵਰ ਨੇ ਉਹਨਾਂ ਨੂੰ 40 ਸਾਲਾਂ ਤੱਕ ਇਹ ਵੇਖਣ ਲਈ ਜਾਂਚਿਆ ਕਿ ਉਹ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਅਤੇ ਉੱਥੇ ਰਹਿਣ ਲਈ ਯੋਗ ਹਨ। ਨਤੀਜੇ ਵਜੋਂ ਉਹਨਾਂ ਨੇ 6 ਲੱਖ ਪੁਰਖਾਂ ਵਿੱਚੋਂ ਸਿਰਫ 2 ਲੋਕਾਂ ਨੂੰ ਪਾਇਆ। ਉਹਨਾਂ ਵਿੱਚੋਂ ਸਿਰਫ 2 ਲੋਕਾਂ ਦੇ ਕੋਲ ਕਨਾਨ ਵਿੱਚ ਪ੍ਰਵੇਸ਼ ਕਰਨ ਲਈ ਕਾਫੀ ਚੰਗਾ ਵਿਸ਼ਵਾਸ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਇਹਦੇ ਬਾਰੇ ਕੀ ਕਰਨ ਲਈ ਕਿਹਾ ਕਿ ਉਹਨਾਂ ਨੇ 40 ਸਾਲਾਂ ਤੱਕ ਸਾਰੇ ਜੰਗਲ ਵਿੱਚ ਉਹਨਾਂ ਨੂੰ ਚਲਾਇਆ। ਪਰਮੇਸ਼ਵਰ ਨੇ ਉਹਨਾਂ ਨੂੰ ਯਾਦ ਰੱਖਣ ਲਈ ਕਿਹਾ। ਸ਼ਾਰੀਰਿਕ ਇਜ਼ਰਾਈਲੀਆਂ ਦੇ ਨਮੂਨੇ ਦੇ ਦੁਆਰਾ
ਭਾਵੇਂ ਵਿਸ਼ਵਾਸ ਦੇ ਜੰਗਲ ਵਿੱਚ ਚੱਲਦੇ ਸਮੇਂ ਸਾਨੂੰ ਕਿਸੇ ਵੀ ਤਰੀਕੇ ਦੀ ਪ੍ਰੀਖਿਆ ਮਿਲੇ, ਸਾਨੂੰ ਹਮੇਸ਼ਾ ਵਚਨ ਉੱਤੇ ਧਿਆਨ ਦੇਣ ਵਿੱਚ ਸਮਰਥੀ ਹੋਣਾ ਚਾਹੀਦਾ ਹੈ, ਤਾਂ ਜੋ ਅਸੀਂ ਵਚਨ ਵਿੱਚ ਸਾਡੇ ਜੀਵਨ ਨੂੰ ਖੁਸ਼ੀ ਅਤੇ ਆਨੰਦਿਤ ਰੂਪ ਵਿੱਚ ਮੰਨ ਸਕੀਏ। ਤੁਸੀਂ ਉਸ ਸਾਰੇ ਰਾਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ 40 ਵਰੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੇ ਭਈ ਤੁਹਾਡੇ ਮਨ ਵਿੱਚ ਕੀ ਹੈ। ਪਰਮੇਸ਼ਵਰ ਹਮੇਸ਼ਾ ਦੇਖਦੇ ਹਨ ਕਿ ਸਾਡੇ ਮਨ ਵਿੱਚ ਕੀ ਹੈ, ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ, ਅਤੇ ਉਹ ਮਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਓ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ, ਤਾਂ ਜੋ ਤੁਹਾਨੂੰ ਸਿਖਾਵੇ ਭਾਈ ਆਦਮੀ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰ ਇੱਕ ਵਾਕ ਜਿਹੜਾ ਯਹੋਵਾ ਦੇ ਮੂੰਹੋਂ ਨਿਕਲਦਾ ਹੈ ਆਦਮੀ ਜਿਉਂਦਾ ਰਹੇਗਾ। ਇਨ੍ਹਾਂ 40 ਸਾਲਾਂ ਵਿੱਚ ਤੇਰੇ ਉੱਪਰਲੇ ਬਸਤਰ ਨਾ ਹੰਡੇ, ਉਹੀ ਬਸਤਰ 40 ਸਾਲਾਂ ਤੱਕ ਉਹ ਪਾ ਸਕੇ। ਇਹ ਪਰਮੇਸ਼ਵਰ ਦੀ ਸ਼ਕਤੀ ਅਤੇ ਪਰਮੇਸ਼ਵਰ ਦੀ ਦੇਖਭਾਲ ਨਾਲ ਹੈ ਨਾ। ਇਨ੍ਹਾਂ 40 ਵਰਿਆਂ ਵਿੱਚ ਨਾ ਤੁਹਾਡੇ ਉੱਪਰਲੇ ਬਸਤਰ ਹੰਡੇ, ਨਾ ਤੁਹਾਡੇ ਪੈਰ ਸੁੱਜੇ। ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ, ਤਿਵੇਂ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਦਾ ਰਿਹਾ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਤਾਂ ਜੋ ਉਸ ਦੀਆਂ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ, ਇੱਕ ਧਰਤੀ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਦੂਣਾ ਅਤੇ ਪਹਾੜਾਂ ਵਿੱਚ ਵਗਦੇ ਹਨ, ਇੱਕ ਧਰਤੀ ਜਿੱਥੇ ਕਣਕ, ਜੌਂ, ਅੰਗੂਰ, ਅੰਜੀਰ ਅਤੇ ਅਨਾਰ ਹੁੰਦੇ ਹਨ, ਇੱਕ ਧਰਤੀ ਜਿੱਥੇ ਜੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ, ਇੱਕ ਧਰਤੀ ਜਿਹਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਧਰਤੀ ਜਿਹਦੇ ਪੱਥਰ ਲੋਹੇ ਦੇ ਹਨ ਅਤੇ ਜਿਹਦੀ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ। ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਉਸ ਚੰਗੀ ਧਰਤੀ ਦੇ ਕਾਰਨ ਜਿਹੜੀ ਉਹ ਤੁਹਾਨੂੰ ਦਿੱਤੀ ਮੁਬਾਰਕ ਆਖੋਗੇ। ਇਹ ਸੋਹਣੇ ਦੇਸ਼ ਸਦੀਪਕ ਸਵਰਗ ਦੇ ਰਾਜ ਨੂੰ ਦਰਸਾਉਂਦਾ ਹੈ ਨਾ। ਪਰਮੇਸ਼ਵਰ ਨੇ ਸਾਨੂੰ ਸਾਡੇ ਸਦੀਪਕ ਸਵਰਗੀ ਘਰ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ। ਤੁਹਾਡੇ ਆਲੇ ਦੁਆਲੇ ਦੇ ਲੋਕਾਂ ਤੋਂ, ਕਦੀ-ਕਦੀ ਤੁਹਾਡੇ ਦੋਸਤਾਂ ਨਾਲ, ਕਦੀ-ਕਦੀ ਤੁਹਾਡੇ ਪਿਤਾ ਮਾਤਾ, ਪਤਨੀਆਂ, ਪਤੀਆਂ ਜਾਂ ਤੁਹਾਡੇ ਬੱਚਿਆਂ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਅਤੇ ਕਸ਼ਟ ਹੋ ਸਕਦੇ ਹਨ। ਹਾਲਾਂਕਿ ਜੇਕਰ ਅਸੀਂ ਆਪਣੇ ਦੋਸਤਾਂ ਨਾਲ, ਜਾਣ ਪਛਾਣ ਵਾਲਿਆਂ ਨਾਲ, ਰਿਸ਼ਤੇਦਾਰ, ਪਰਿਵਾਰ ਦੇ ਮੈਂਬਰਾਂ ਨਾਲ, ਕੰਮ ਕਰਨ ਵਾਲਿਆਂ ਅਤੇ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਹਮੇਸ਼ਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਉਣਾ ਚਾਹੀਦਾ ਹੈ ਨਾ। ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਉਂਦੇ ਹਾਂ, ਤਦ ਕਿ ਪਰਮੇਸ਼ਵਰ ਸਾਨੂੰ ਅੰਦਰ ਆਉਣ ਵੇਲੇ ਅਤੇ ਬਾਹਰ ਜਾਣ ਵੇਲੇ ਆਸ਼ੀਸ਼ ਦੇਣ ਦਾ ਵਾਅਦਾ ਨਹੀਂ ਕੀਤਾ ਹੈ। ਪਰਮੇਸ਼ਵਰ ਨੇ ਇਹ ਵੀ ਕਿਹਾ ਕਿ 40 ਸਾਲਾਂ ਤੱਕ ਜੰਗਲ ਵਿੱਚ ਹੋਣ ਵਾਲੇ ਸਾਰੇ ਹਾਲਾਤਾਂ ਨੂੰ ਪਰਮੇਸ਼ਵਰ ਨੇ ਬਣਾਇਆ ਸੀ। 40 ਸਾਲਾਂ ਲਈ ਜੰਗਲ ਵਿੱਚ ਹਰ ਪਲ ਇੱਕ ਪ੍ਰੀਖਿਆ ਸੀ। ਫਿਰ ਇਸ ਦਾ ਮਤਲਬ ਹੈ ਕਿ ਸਾਡੇ ਵਿਸ਼ਵਾਸ ਦੇ ਜੰਗਲ ਵਿੱਚ ਵੀ ਹਰ ਪਲ ਇੱਕ ਪ੍ਰੀਖਿਆ ਹੈ। ਸਾਨੂੰ ਇਹਨਾਂ ਪ੍ਰੀਖਿਆਵਾਂ ਵਿੱਚ ਆਪਣਾ ਧਿਆਨ ਨਹੀਂ ਗਵਾਉਣਾ ਚਾਹੀਦਾ। ਪਰਮੇਸ਼ਵਰ ਨੇ ਸਾਨੂੰ ਸਾਡੇ ਕੋਲ ਜੋ ਹੈ ਉਸ ਦੇ ਬਾਰੇ ਕੀ ਕਰਨ ਲਈ ਕਿਹਾ ਸੀ। ਪਰਮੇਸ਼ਵਰ ਨੇ ਕਿਹਾ, ਜੋ ਕੁਝ ਤੇਰੇ ਕੋਲ ਹੈ ਉਸ ਨੂੰ ਫੜੀ ਰੱਖ ਕਿ ਕੋਈ ਤੇਰਾ ਮੁਕਟ ਖੋ ਨਾ ਲਵੇ। ਅਯੂਬ ਦੀ ਪ੍ਰੀਖਿਆ ਇਸ ਲਈ ਨਹੀਂ ਕੀਤੀ ਗਈ ਸੀ ਕਿ ਉਸ ਦਾ ਵਿਸ਼ਵਾਸ ਬੁਰਾ ਸੀ। ਕਦੀ-ਕਦੀ ਜਿਨ੍ਹਾਂ ਕੋਲ ਚੰਗਾ ਵਿਸ਼ਵਾਸ ਹੁੰਦਾ ਹੈ ਉਹਨਾਂ ਦੀ ਪ੍ਰੀਖਿਆ ਕੀਤੀ ਜਾ ਸਕਦੀ ਹੈ, ਅਤੇ ਕਦੀ-ਕਦੀ ਸ਼ੈਤਾਨ ਉਹਨਾਂ ਲੋਕਾਂ ਨੂੰ ਫੜ ਖਾਣ ਲਈ ਗਰਜ ਸਕਦਾ ਹੈ ਜਿਨ੍ਹਾਂ ਦੇ ਕੋਲ ਕਮਜ਼ੋਰ ਵਿਸ਼ਵਾਸ ਹੈ, ਕਿਉਂਕਿ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਦੁਨੀਆ ਦੇ ਸਾਰੇ ਲੋਕਾਂ ਉੱਤੇ ਪ੍ਰੀਖਿਆ ਦਾ ਸਮਾਂ ਆ ਜਾਵੇਗਾ। ਆਓ ਅਸੀਂ ਸਾਰੇ ਪਰਮੇਸ਼ਵਰ ਅੱਗੇ ਸਾਨੂੰ ਅੰਤ ਤੱਕ ਪਿਤਾ ਅਤੇ ਮਾਤਾ ਜੀ ਦੇ ਵਚਨ ਵਿੱਚ ਸਵਰਗ ਤੱਕ ਲੈ ਜਾਣ ਲਈ ਮੰਗੀਏ। ਮੈਂ ਇਸ ਦੇ ਦੁਆਰਾ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।